ਦਾ ਪ੍ਰਾਈਮ ਟਾਈਮ ਲੈ ਕੇ ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ 1 ਸਾਲ ਦੀ 1 ਸਾਲ ਦੇ ਸੰਘਰਸ਼ ਦੀ ਅੰਦੋਲਨ ਦੀ 26 ਨਵੰਬਰ ਤੋਂ ਅਗਲਾ 26 ਨਵੰਬਰ ਆ ਚੁੱਕਿਆ ਤੇ ਸਭ ਦੇ ਵਿਚਾਲੇ ਇੰਤਜ਼ਾਰ ਹੁਣ ਅੰਦੋਲਨ ਦੀ ਸਮਾਪਤੀ ਜਾਂ ਫਿਰ ਅੱਗੇ ਕਿਸਾਨਾਂ ਦਾ ਫੈਸਲਾ ਕੀ ਹੋਏਗਾ ਉਸ ਦੇ ਉੱਤੇ ਵੀ ਹੈ ਨਜ਼ਰਾਂ ਸਭ ਦੀਆਂ। ਪਰ 1 ਸਾਲ ਦੇ ਵਿੱਚ ਬਹੁਤ ਕੁਝ ਸਭ ਨੇ ਦੇਖਿਆ ਹੈ, ਉਹ ਚਾਹੇ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਨਾਕਾਮਯਾਬ ਰਹੀਆਂ ਮੀਟਿੰਗਸ ਹੋਣ ਜਾਂ 26 ਜਨਵਰੀ ਨੂੰ ਜੋ ਘਟਨਾਕ੍ਰਮ ਵਾਪਰਿਆ ਉਹ ਹੋਵੇ, ਉਸ ਤੋਂ ਬਾਅਦ ਲਗਾਤਾਰ ਇੱਕ ਡੈਡਲੌਕ ਜੋ ਗੱਲਬਾਤ ਨੂੰ ਲੈ ਕੇ ਜਨਵਰੀ ਤੋਂ ਲੈ ਕੇ ਹੁਣ ਤੱਕ ਬਣਿਆ ਹੋਇਆ ਉਹ ਵੀ ਰਿਹਾ ਤੇ ਫਿਰ 1 ਸਾਲ ਪੂਰਾ ਹੋਣ ਤੋਂ ਕਰੀਬ ਕੁਝ ਦਿਨ ਪਹਿਲਾਂ ਜੋ ਪ੍ਰਧਾਨ ਮੰਤਰੀ ਦੇ ਵੱਲੋਂ ਐਲਾਨ ਕੀਤਾ ਗਿਆ ਉਹ ਵੀ ਸਭ ਨੇ ਦੇਖਿਆ ਕਿ ਖੇਤੀ ਕਾਨੂੰਨ ਵਾਪਸ ਲਏ ਗਏ। ਪਰ ਸਵਾਲ ਹੁਣ ਇਹ ਹੈ ਕਿ 1 ਸਾਲ ਦੇ ਇਸ ਸੰਘਰਸ਼ ਤੋਂ ਕੀ ਬਦਲਿਆ ਕਿ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ ਕਿਸਾਨੀ ਉਸ ਦੌਰ ਤੋਂ ਬਾਹਰ ਆਈ ਹੈ ਜਿੱਥੇ ਹਾਲਾਤ ਬਹੁਤ ਤਰਸਯੋਗ ਨਜ਼ਰ ਆ ਰਹੇ ਸਨ। ਸਵਾਲ ਤਾਂ ਇਹ ਵੀ ਹੈ ਕਿ ਕਾਨੂੰਨ ਵਾਪਸੀ ਦਾ ਰਾਹ ਪੱਧਰਾ ਹੋਣ ਤੋਂ ਬਾਅਦ ਕੀ ਹੁਣ ਅੰਦੋਲਨ ਸਮਾਪਤੀ ਦਾ ਐਲਾਨ ਹੋਵੇਗਾ ਤੇ ਕੀ ਹੁਣ ਅੰਦੋਲਨ ਸਮਾਪਤੀ ਨੂੰ ਲੈ ਕੇ ਪੇਚ ਸਿਰਫ ਪੰਜਾਬ ਤੋਂ ਬਾਹਰ ਦੀਆਂ ਜਥੇਬੰਦੀਆਂ ਦੇ ਉੱਤੇ ਹੀ ਫਸਿਆ ਹੋਇਆ ਤੇ ਕੀ ਹੁਣ ਗੱਲ ਸਿਰਫ ਬਾਹਰੀ ਜਥੇਬੰਦੀਆਂ ਦੇ ਉੱਤੇ ਆ ਕੇ ਟਿਕ ਗਈ ਹੈ। ਅੱਜ ਗੱਲ ਕਰਾਂਗੇ ਸੰਘਰਸ਼ ਦੇ 1 ਸਾਲ। ਇਹ 3 ਤਸਵੀਰਾਂ ਨੇ ਦਿੱਲੀ ਦੇ ਬਾਰਡਰਾਂ ਦੀਆਂ। ਠੀਕ 1 ਸਾਲ ਪਹਿਲਾਂ ਕਿਸਾਨਾਂ ਨੇ ਇਹਨਾਂ ਬਾਰਡਰਾਂ ਤੇ ਮੋਰਚਾ ਲਗਾਇਆ ਸੀ ਤੇ ਹੁਣ ਇਸ ਮੋਰਚੇ ਨੂੰ 1 ਸਾਲ ਪੂਰਾ ਹੋ ਚੁੱਕਾ ਹੈ ਤੇ 1 ਸਾਲ ਪੂਰਾ ਹੋਣ ਤੇ ਬਾਰਡਰਾਂ ਤੇ ਵੱਡਾ ਇਕੱਠ ਨਜ਼ਰ ਆਇਆ ਤੇ ਟਿੱਕਰੀ ਬਾਰਡਰ ਤੇ ਮਹਾ ਪੰਚਾਇਤ ਕਰਕੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ। ਸਾਲ ਪੂਰਾ ਹੋਣ ਤੇ ਕਿਸਾਨਾਂ ਦਾ ਮਿਸ਼ਨ ਰਿਪੀਲ ਤਾਂ ਪੂਰਾ ਹੋ ਚੁੱਕਾ ਹੈ ਪਰ ਅਜੇ ਅੰਦੋਲਨ ਦੀ ਸਮਾਪਤੀ ਤੇ ਫੈਸਲਾ ਅਧੂਰਾ ਹੈ ਤੇ ਹੁਣ ਜ਼ੋਰ ਐਮਐਸਪੀ ਤੇ ਕਾਨੂੰਨੀ ਗਰੰਟੀ ਤੇ ਦਿੱਤਾ ਜਾ ਰਿਹਾ ਹੈ। ਹਾਲਾਂਕਿ ਪੰਜਾਬ ਦੇ ਕਿਸਾਨ ਆਗੂਆਂ ਦਾ ਇਹ ਮੰਨਣਾ ਹੈ ਕਿ ਮਾਹੌਲ ਬਦਲਿਆ ਹੈ। ਪੰਜਾਬ ਦੇ ਆਗੂਆਂ ਦੇ ਤੌਰ ਤੇ ਤਾਂ ਜਿੱਤ ਹੋ ਗਈ ਹੈ ਪਰ ਸੰਯੁਕਤ ਕਿਸਾਨ ਮੋਰਚੇ ਦੇ ਤੌਰ ਤੇ ਜਿੱਤ ਬਾਕੀ ਹੈ। ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੋਈ ਹੈ। ਸਾਰੀ ਦੁਨੀਆ ਦਾ ਇਹ ਮੋਰਚਾ ਸੀ, ਇਹਨੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਨੇ। ਬਹੁਤ ਖੁਸ਼ੀ ਦੀ ਲਹਿਰ है, सारे खुशी मना रहे हैं, ढोल ढमक्के बज रहे हैं। क्योंकि पंजाब के लीडर के तौर पर मैं 100% जीत चुका हूँ। एसकेएम के लीडर पर मैं 65% जीता हूँ। 35% एसकेएम की डिमांड्स बाकी है, उसको जीतना अभी बाकी है। उधर किसान आगू जोगिंदर उगराह ते गुरनाम चडूनी किसानां दीयां बाकी मंगां ते गौर दी मंग कर रहे ने। एमएसपी पे कोई बात नहीं की, जो शहीद हुए उन पर कोई बात नहीं की, उनके मुआवजे को और जो मुकदमे दर्ज हुए उन पर कोई बात नहीं की। जब तक मुकम्मल बात मानी नहीं जाती तब तक रह रही मांगों के ऊपर संघर्ष करने का संकेत देने के लिए सरकार को। ते किसान आगू राकेश टिकैत भी एमएसपी वाली मंग ते ही अड़े हुए ने। एमएसपी नहीं रहेगी अभी भाई, एमएसपी पे गारंटी कानून। किसानां दे दिल्ली मोर्चे ਨੂੰ 1 ਸਾਲ ਪੂਰਾ ਹੋ ਚੁੱਕਾ ਹੈ। ਦੂਜੇ ਪਾਸੇ ਕੇਂਦਰ ਸਾਫ਼ ਕਰ ਚੁੱਕਾ ਹੈ ਕਿ ਇਸੇ ਸਰਦਰੁੱਤ ਇਜਲਾਸ ਦੇ ਵਿੱਚ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ ਪਰ ਇਸ ਦੇ ਵਿਚਾਲੇ ਸਵਾਲ ਬਰਕਰਾਰ ਹੈ ਕਿ ਅੰਦੋਲਨ ਸਮਾਪਤੀ ਤੇ ਫੈਸਲਾ ਕਦੋਂ ਹੋਵੇਗਾ। ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। ਤਾਂ ਹੁਣ ਸਵਾਲ ਬਹੁਤ ਸਾਰੇ ਨੇ। ਇਸ ਸਭ ਦੇ ਵਿਚਾਲੇ ਇੱਕ ਸਵਾਲ ਇਹ ਵੀ ਹੈ ਕਿ ਕਿਸਾਨ ਜਥੇਬੰਦੀਆਂ ਖਾਸ ਤੌਰ ਤੇ ਐਸਕੇਐਮ ਦੇ ਵੱਲੋਂ ਅੰਦੋਲਨ ਨੂੰ ਲੈ ਕੇ ਅੱਗੇ ਕੀ ਫੈਸਲਾ ਲਿਆ ਜਾਂਦਾ ਹੈ ਜਾਂ ਸਿੱਧੇ ਤੌਰ ਤੇ ਅੰਦੋਲਨ ਵਾਪਸੀ ਨੂੰ ਲੈ ਕੇ ਕੀ ਫੈਸਲਾ ਲਿਆ ਜਾਂਦਾ ਹੈ ਉਸ ਦੇ ਉੱਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਉਂਦੇ ਅੱਜ ਦੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਕਮਲਜੀਤ ਬਰਾੜ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਹਰਜੀਤ ਭੁੱਲਰ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਆਮ ਆਦਮੀ ਪਾਰਟੀ ਤੋਂ ਦਿਨੇਸ਼ ਚੱਡਾ ਜੁੜ ਰਹੇ ਨੇ, ਬੀਜੇਪੀ ਤੋਂ ਭਾਰਤੀ ਜਨਤਾ ਪਾਰਟੀ ਤੋਂ ਹਰਜੀਤ ਗਰੇਵਾਲ ਜੁੜ ਰਹੇ ਨੇ ਤੇ ਜੰਗਵੀਰ ਸਿੰਘ ਜੀ ਸਾਡੇ ਨਾਲ ਕਿਸਾਨ ਜਥੇਬੰਦੀਆਂ ਨੂੰ ਰਿਪਰੈਜ਼ੈਂਟ ਕਰਨਗੇ, ਕਿਸਾਨ ਆਗੂ ਜੁੜ ਰਹੇ ਨੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਜੰਗਵੀਰ ਜੀ ਤੁਹਾਡੇ ਤੋਂ ਹੀ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾ ਸਵਾਲ, 1 ਸਾਲ ਕੰਪਲੀਟ ਹੋਇਆ ਹੈ ਤੇ ਉਸ ਤੋਂ ਬਾਅਦ ਬਾਰਡਰਾਂ ਦੇ ਉੱਤੇ ਸਿੰਘੂ ਹੋਵੇ, ਟਿਕਰੀ ਹੋਵੇ, ਗਾਜ਼ੀਪੁਰ ਬਾਰਡਰ ਹੋਵੇ, ਇੱਕ ਵੱਡਾ ਇਕੱਠ ਕਰਕੇ ਇੱਕ ਤਰੀਕੇ ਨਾਲ ਦੁਬਾਰਾ ਸ਼ਕਤੀ ਪ੍ਰਦਰਸ਼ਨ ਕਿਸਾਨਾਂ ਨੇ ਕੀਤਾ ਹੈ। ਪਹਿਲਾਂ ਮੈਂ ਸ਼ੁਰੂਆਤ ਇੱਥੋਂ ਹੀ ਕਰਦਾ ਹਾਂ ਕਿ ਜੋ ਟੀਚਾ ਮਿੱਥਿਆ ਸੀ ਇਸ ਅੰਦੋਲਨ ਦੀ ਸ਼ੁਰੂਆਤ ਦੇ ਸਮੇਂ, ਕਿ ਉਹ ਜਥੇਬੰਦੀਆਂ ਟੀਚਾ ਹਾਸਲ ਕਰ ਚੁੱਕੀਆਂ ਨੇ?
ਜੰਗਵੀਰ ਜੀ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਨਹੀਂ, ਆਵਾਜ਼ ਸ਼ੁਕਲਾ ਸਾਹਿਬ ਬਹੁਤ ਘੱਟ ਆ ਰਹੀ ਆ। ਆਵਾਜ਼ ਨੂੰ ਥੋੜਾ ਜਿਹਾ ਵਧਾ ਦਿਓ। ਸਵਾਲ ਸੁਣ ਨਹੀਂ ਰਿਹਾ ਚੰਗੀ ਠੀਕ ਹੈ, ਚਲੋ ਉਮੀਦ ਹੈ ਆਵਾਜ਼ ਤੁਹਾਡੇ ਤੱਕ ਕਲੀਅਰ ਪਹੁੰਚੇਗੀ। ਸਾਡੀ ਟੀਮ ਇਸ ਦੇ ਉੱਤੇ ਜ਼ਰੂਰ ਕੰਮ ਕਰੇਗੀ। ਪਰ ਮੇਰਾ ਸਵਾਲ ਸੀ ਜੰਗਵੀਰ ਜੀ, ਪਹਿਲਾ ਹੀ ਸਵਾਲ ਤੁਹਾਡੇ ਤੋਂ ਇਹੀ ਹੈ ਕਿ ਜੋ ਟਾਰਗੇਟ, ਜੋ ਟੀਚਾ ਮਿੱਥਿਆ ਸੀ, ਉਸ ਨੂੰ ਹਾਸਲ ਕਰਨ 'ਚ ਕਾਮਯਾਬ ਹੋਏ ਹੋ 1 ਸਾਲ ਦੇ ਵਿੱਚ? ਜੀ ਬਿਲਕੁਲ ਜੀ ਬਿਲਕੁਲ। ਜੋ ਉਮੀਦਾਂ ਤੇ ਆਸਾਂ ਲੈ ਕੇ ਅਸੀਂ ਆਏ ਸੀ, ਉਹ ਟੀਚਾ ਤਕਰੀਬਨ ਕਿਤੇ ਨਾ ਕਿਤੇ ਉਹਦੇ ਵਿੱਚ ਸਾਨੂੰ ਬੜੀ ਹਾਸਲਤਾ ਪ੍ਰਾਪਤ ਹੋਈ ਹੈ। ਦੇਖੋ ਗੱਲ ਇਸ ਤਰ੍ਹਾਂ ਆ ਕਿ ਜੋ ਪ੍ਰਧਾਨ ਮੰਤਰੀ ਜੀ ਨੇ ਪਿਛਲੇ ਦਿਨੀ ਇੱਕ ਫੈਸਲਾ ਲਿਆ ਕਿ ਤਿੰਨੇ ਹੀ ਖੇਤੀ ਕਾਨੂੰਨ ਅਸੀਂ ਵਾਪਸ ਲੈ ਲਏ ਆ, ਉਹਨਾਂ ਨੂੰ ਰੱਦ ਕਰ ਦਿੱਤਾ ਆ। ਇੱਕ ਬੜੀ ਵੱਡੀ ਪ੍ਰਾਪਤੀ ਆ। ਮੈਂ ਕਹਿੰਦਾ ਅਸੀਂ ਸਵਾਗਤ ਵੀ ਕੀਤਾ ਪ੍ਰਧਾਨ ਮੰਤਰੀ ਜੀ ਦਾ। ਚਲੋ ਦੇਰ ਆਏ ਦੁਰਸਤ ਆਏ, ਫੈਸਲਾ ਆਇਆ ਕਿ ਤਿੰਨੇ ਕਾਨੂੰਨ ਰੱਦ ਹੋ ਗਏ। ਔਰ ਇਸ ਅੰਦੋਲਨ ਦੇ ਵਿੱਚ ਪ੍ਰਾਪਤੀਆਂ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਜੀ। ਨਹੀਂ, ਫਿਰ ਅੰਦੋਲਨ ਦੀ ਸਮਾਪਤੀ ਤੁਸੀਂ ਕਹਿ ਰਹੇ ਹੋ ਕਿ ਜੋ ਟੀਚਾ ਮਿੱਥਿਆ ਸੀ ਤਕਰੀਬਨ ਉਸ ਦੇ ਨੇੜੇ ਪਹੁੰਚ ਗਏ ਆ। ਫਿਰ ਲੋਕ ਜਾਣਨਾ ਚਾਹੁੰਦੇ ਨੇ ਕਿ ਅੰਦੋਲਨ ਸਮਾਪਤੀ ਵਾਲੇ ਪਾਸੇ ਪਹੁੰਚ ਗਿਆ, ਉਸ ਪੂਰੇ ਉਹ ਆਖਰੀ ਪੜਾਅ ਦੇ ਉੱਤੇ ਪਹੁੰਚ ਗਿਆ ਕਿ ਬਸ ਹੁਣ ਐਲਾਨ ਹੋਣਾ ਬਾਕੀ ਹੈ? ਨਹੀਂ, ਮੈਂ ਦੱਸਦਾ ਜੀ ਸ਼ੁਕਲਾ ਜੀ, ਦੱਸਦਾ ਤੁਹਾਨੂੰ। ਇੱਕ 3 ਬਿੱਲਾਂ ਦੀ ਤਾਂ ਵਾਪਸੀ ਹੋ ਗਈ, ਔਰ ਜਿਹੜੀਆਂ ਸਾਡੀਆਂ ਬਾਕੀ ਮੰਗਾਂ MSP ਤੇ ਗਾਰੰਟੀ ਕਾਨੂੰਨ ਦੀ ਗੱਲ ਹੈ, ਔਰ ਬਿਜਲੀ ਬਿੱਲ 2020 ਜੋ ਇਹਨਾਂ ਨੇ ਆਰਡੀਨੈਂਸ ਲਾਗੂ ਕੀਤਾ ਸੀ ਉਹਨੂੰ ਵਾਪਸ ਲੈਣ ਦੀ ਗੱਲ ਹੈ। ਪੋਲਿਊਸ਼ਨ ਦਾ ਮੁੱਦਾ ਹੈ, ਉਹਨੂੰ ਵਾਪਸ ਲੈਣ ਦੀ ਗੱਲ ਹੈ। ਔਰ ਇਸ ਅੰਦੋਲਨ ਦੇ ਵਿੱਚ ਜਿੰਨੇ ਵੀ ਸਾਡੇ ਕਿਸਾਨ ਵੀਰਾਂ ਤੇ ਨੌਜਵਾਨਾਂ ਤੇ ਪਰਚੇ ਹੋਏ ਆ, ਉਹਨਾਂ ਨੂੰ ਵਾਪਸ ਲੈਣ ਦੀ ਗੱਲ ਹੈ, ਉਹਨਾਂ ਨੂੰ ਰੱਦ ਕਰਨ ਦੀ ਗੱਲ ਹੈ। NIA ਦੇ ਨੋਟਿਸ ਸਮਾਜ ਸੇਵੀ ਸੰਸਥਾਵਾਂ ਨੂੰ, ਧਾਰਮਿਕ ਸੰਸਥਾਵਾਂ ਨੂੰ, ਜਿਨ੍ਹਾਂ ਨੇ ਇਸ ਅੰਦੋਲਨ ਦੇ ਵਿੱਚ ਸੇਵਾ ਕੀਤੀ ਆ, ਉਹਨਾਂ ਨੂੰ ਕੱਢੇ ਗਏ, ਉਹਨਾਂ ਨੂੰ ਵਾਪਸ ਲੈਣ ਦੀ ਹਾਲੇ ਮੰਗ ਸਾਡੀ ਵਿੱਚ ਹੀ ਹੈ। ਔਰ ਨਾਲ ਦੀ ਨਾਲ ਜਿੰਨੇ ਸਾਡੇ ਕਾਲੀ ਸੂਚੀ ਦੇ ਵਿੱਚ ਨਾਂ ਦਰਜ ਕਰ ਦਿੱਤੇ ਗਏ ਆ NRI ਵੀਰਾਂ ਦੇ, ਔਰ ਉਹ ਇੱਧਰ ਆ ਰਹੇ ਆਪਣੇ ਪੰਜਾਬ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ, ਉਹਨਾਂ ਨੂੰ ਰੋਕਿਆ ਜਾ ਰਿਹਾ, ਉਹਨਾਂ ਨੂੰ ਵਾਪਸ ਕੀਤਾ ਜਾ ਰਿਹਾ। ਉਹ ਕਾਲੀ ਸੂਚੀ ਚੋਂ ਨਾ ਕਢਾਉਣ ਦੀ ਜਿਹੜੀ ਗੱਲ ਹਾਲੇ ਮੰਗ ਸਾਡੀ ਵਿੱਚ ਹੀ ਆ। ਇਹ ਮੰਗਾਂ ਸਾਡੀਆਂ ਹਾਲੇ ਤੱਕ ਪੈਂਡਿੰਗ ਪਈਆਂ। ਠੀਕ ਹੈ, ਤੁਸੀਂ ਠੀਕ ਹੈ, ਇੱਕ ਬਹੁਤ ਲੰਬੀ ਲਿਸਟ ਹੈ। ਤੁਸੀਂ ਕਹਿ ਰਹੇ ਹੋ ਕਿ ਇੱਕ ਟਿਕ ਮਾਰਕ ਹੋ ਗਿਆ ਹੈ। ਪਹਿਲੀ ਮੰਗ ਜਿਹੜੀ ਖੇਤੀ ਕਾਨੂੰਨ ਵਾਪਸ ਵਾਲੀ ਉਹ ਖਤਮ ਹੋ ਚੁੱਕੀ ਹੈ ਜਾਂ ਉਹ ਮੰਨ ਲਈ ਗਈ ਹੈ। ਉਸ ਤੋਂ ਬਾਅਦ ਬਹੁਤ ਸਾਰੀਆਂ ਮੰਗਾਂ ਨੇ। ਤਾਂ ਇਸ ਦਾ ਮਤਲਬ ਇਹ ਕੱਢਿਆ ਜਾਵੇ ਕਿ ਜਦੋਂ ਤੱਕ ਇਹਨਾਂ ਮੰਗਾਂ ਦੇ ਉੱਤੇ ਗੱਲ ਨਹੀਂ ਹੁੰਦੀ, ਗੌਰ ਨਹੀਂ ਹੁੰਦਾ, ਅੰਦੋਲਨ ਜਾਰੀ ਰਹੇਗਾ। ਜੰਗਵੀਰ ਜੀ? ਬਿਲਕੁਲ ਜੀ ਬਿਲਕੁਲ। ਅਸੀਂ ਤਾਂ ਪ੍ਰਧਾਨ ਮੰਤਰੀ ਜੀ ਹੁਣਾਂ ਵੱਲ ਦੇਖ ਰਹੇ ਆ ਕਿ ਚਲੋ 1 ਸਾਲ ਬਾਅਦ ਹੀ ਉਹਨਾਂ ਨੂੰ ਪਤਾ ਲੱਗਾ ਕਿ ਕਾਨੂੰਨ ਕਿਸਾਨਾਂ ਵਾਸਤੇ ਠੀਕ ਨਹੀਂ ਹਨ, ਚੰਗੇ ਨਹੀਂ ਹਨ, ਉਹਨਾਂ ਨੇ ਵਾਪਸ ਲੈ ਲਏ। ਉਹ ਵੀ ਇਹ ਵੀ ਗੱਲ ਕਹਿ ਰਹੇ ਆ ਕਿ ਅਸੀਂ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਸਮਝੇ ਨਹੀਂ। ਸਮਝਣਾ ਕੀ ਸੀਗਾ? ਪੂਰੇ ਦੇਸ਼ ਨੂੰ, ਪੂਰੇ ਆਵਾਮ ਨੂੰ, ਆਲ ਵਰਲਡ ਨੂੰ ਪਤਾ ਆ ਕਿ ਕਾਨੂੰਨਾਂ ਦੇ ਵਿੱਚ ਕੀ ਹੈ। ਅੱਜ ਤੱਕ ਤਾਂ ਸਾਰਿਆਂ ਨੇ ਮੰਨਿਆ ਹੀ ਨਹੀਂ। ਚਲੋ ਇੱਕ ਤਾਂ ਸਾਡੀ ਪ੍ਰਾਪਤੀ ਹੋ ਗਈ ਕਿ ਮੰਨ ਲਿਆ ਕਿ ਕਾਨੂੰਨ ਗਲਤ ਆ, ਸਾਨੂੰ ਬਣਾਉਣ ਦੇ ਵਿੱਚ ਜਿਹੜੀ ਆ ਗਲਤੀ ਲੱਗੀ ਹੈ, ਔਰ ਅਸੀਂ ਵਾਪਸ ਲੈ ਲਏ। ਪਰ ਨਾਲ ਦੀ ਨਾਲ ਜਦੋਂ ਡਿਮਾਂਡ ਚਾਰਟ ਸਾਡਾ ਦਿੱਤਾ ਗਿਆ ਸੀ ਸ਼ੁਕਲਾ ਸਾਹਿਬ, ਔਰ ਡਿਮਾਂਡ ਚਾਰਟ ਦੇ ਵਿੱਚ ਜਿਹੜੀ MSP ਦੀ ਗਾਰੰਟੀ ਦੀ ਗੱਲ ਲਿਖੀ ਗਈ ਸੀ, ਔਰ ਪਰਾਲੀ ਦੇ ਮੁੱਦੇ ਦੀ ਗੱਲ ਲਿਖੀ ਗਈ ਸੀ, ਪੋਲਿਊਸ਼ਨ ਦੀ, ਔਰ ਬਿਜਲੀ ਬਿੱਲ 2020 ਦੀ ਗੱਲ ਲਿਖੀ ਗਈ ਸੀ, ਜਿਹੜੀਆਂ ਤੁਹਾਨੂੰ ਮੈਂ ਬਾਕੀ ਡਿਮਾਂਡਸ ਦਸੀਆਂ, ਉਹ ਇਸ ਅੰਦੋਲਨ ਦੇ ਵਿੱਚੋਂ ਜਿਹੜੀਆਂ ਉੱਭਰੀਆਂ ਇਸ ਅੰਦੋਲਨ ਦੇ ਵਿੱਚ ਜਿਹੜੀਆਂ ਸਾਡੇ ਤੇ ਪਰਚੇ ਦਰਜ ਹੋਏ ਆ, NIA ਦੇ ਨੋਟਿਸ ਹੋਏ ਆ। ਤਾਂ ਹੀ ਤੁਹਾਡੇ ਤੋਂ ਪੁੱਛ ਰਿਹਾ ਜੰਗਵੀਰ ਜੀ, ਮੈਂ ਤਾਂ ਹੀ ਤੁਹਾਨੂੰ ਸਵਾਲ ਕੀਤਾ ਸੀ। ਮੈਂ ਤਾਂ ਹੀ ਸਵਾਲ ਕੀਤਾ ਕਿ ਇਸ ਦਾ ਮਤਲਬ ਹੈ ਕਿ ਅੰਦੋਲਨ ਜਾਰੀ ਰਹੇਗਾ, ਕਿ ਤੁਸੀਂ ਅੰਦੋਲਨ ਜਾਰੀ ਰੱਖੋਗੇ। ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਇਹ ਮੰਗਾਂ ਦੇ ਉੱਤੇ ਜੇ ਗੌਰ ਨਾ ਹੋਇਆ ਤਾਂ ਅੰਦੋਲਨ ਜਾਰੀ ਰਹੇਗਾ। ਚਲੋ ਮੈਂ ਤੁਹਾਡੇ ਕੋਲ ਵਾਪਸ ਆ ਰਿਹਾ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਇੱਕ ਵਾਰੀ ਸਾਰੇ ਗੈਸਟ ਜਿਹੜੇ ਹੈਗੇ ਨੇ ਉਹਨਾਂ ਨੂੰ ਜਾਰੀ ਆ ਜੀ, ਜਾਰੀ ਆ। ਠੀਕ ਹੈ, ਸਭ ਨੂੰ ਮੈਂ ਇੱਕ ਵਾਰੀ ਚਰਚਾ ਦੇ ਵਿੱਚ ਸ਼ਾਮਲ ਕਰ ਲਵਾਂ। ਗਰੇਵਾਲ ਸਾਹਿਬ, ਹਰਜੀਤ ਗਰੇਵਾਲ ਜੀ ਸਾਡੇ ਨਾਲ ਨੇ BJP ਤੋਂ। ਗਰੇਵਾਲ ਸਾਹਿਬ, 1 ਸਾਲ ਹੋ ਚੁੱਕਿਆ ਹੈ, ਖੇਤੀ ਕਾਨੂੰਨਾਂ ਦੀ ਵਾਪਸੀ ਦਾ ਐਲਾਨ ਹੋ ਚੁੱਕਿਆ ਹੈ, ਪਰ ਕਿਸਾਨ ਕਹਿ ਰਹੇ ਨੇ ਕਿ ਪਹਿਲੀ ਮੀਟਿੰਗ ਤੋਂ ਹੀ ਅਸੀਂ ਵੱਖ-ਵੱਖ ਚੀਜ਼ਾਂ ਰੱਖੀਆਂ ਨੇ, ਸਿਰਫ ਖੇਤੀ ਕਾਨੂੰਨ ਨਹੀਂ ਸੀ, MSP ਵੀ ਸੀ ਉਸ ਦੇ ਵਿੱਚ, ਪਰਾਲੀ ਦਾ ਮੁੱਦਾ ਵੀ ਸੀ ਉਸ ਦੇ ਵਿੱਚ, ਤੇ ਹੁਣ ਤਾਂ ਜਿਹੜੇ ਪਰਚੇ ਹੋਏ ਨੇ ਉਹ ਵੀ ਸਭ ਕੁਝ ਹੈ। ਇਹ ਸਾਰੇ ਤੁਹਾਡੇ ਜ਼ਿਹਨ 'ਚ ਹੈਗੇ ਨੇ ਕਿ ਨਹੀਂ? MSP ਦੇ ਉੱਤੇ ਕੋਈ ਭਰੋਸਾ ਮਿਲੇਗਾ ਜਾਂ ਕੋਈ ਐਕਸ਼ਨ ਹੋਏਗਾ ਕਿ ਨਹੀਂ? ਦੇਖੋ, ਇੱਕ ਤਾਂ ਹੁਣੇ ਜੰਗਵੀਰ ਜੀ ਬੋਲ ਰਹੇ ਸੀ ਕਿ ਸਰਕਾਰ ਨੇ ਮੰਨ ਲਿਆ ਕਿ ਕਾਨੂੰਨ ਗਲਤ ਨੇ। ਇਹਨਾਂ ਨੇ ਸ਼ਾਇਦ ਪ੍ਰਧਾਨ ਮੰਤਰੀ ਜੀ ਨੂੰ ਸੁਣਿਆ ਨਾ ਹੋਵੇ। ਉਹਨਾਂ ਨੇ ਇਹ ਕਿਹਾ ਸੀ ਕਿ ਕਾਨੂੰਨ ਅੱਛੇ ਬਣਾਏ ਸੀ, ਪਰ ਕਿਸਾਨਾਂ ਨੂੰ ਸਮਝਾਉਣ 'ਚ ਅਸੀਂ ਇੱਕ ਸੈਕਸ਼ਨ ਆਫ ਫਾਰਮਰਸ ਜਿਹੜਾ ਹੈਗਾ ਉਹਨੂੰ ਸਮਝਾਉਣ 'ਚ ਕਾਮਯਾਬ ਨਹੀਂ ਹੋਏ।
ਇਸ ਲਈ ਉਹਨਾਂ ਨੂੰ ਸੜਕ ਤੇ ਬੈਠਣਾ ਪਿਆ। ਇਹ ਸਾਡੀ ਜ਼ਿੰਮੇਵਾਰੀ ਸੀ ਉਹਨਾਂ ਨੂੰ ਸਮਝਾਉਣ ਦੀ, ਤੇ ਇਸ ਕਰਕੇ ਕਾਨੂੰਨ ਅਸੀਂ ਵਾਪਸ ਲੈ ਰਹੇ ਹਾਂ। ਉਹ ਵਾਪਸ ਹੋ ਗਏ, ਉਹਦੇ 'ਚ ਕੋਈ ਸ਼ੰਕਾ ਵਾਲੀ ਗੱਲ ਨਹੀਂ। ਕੈਬਨਿਟ ਨੇ ਵੀ ਕਰਤਾ, ਹੁਣ ਪਾਰਲੀਮੈਂਟ ਨੇ ਕਰ ਦੇਣਾ। ਤੇ ਉਸ ਤੋਂ ਬਾਅਦ MSP ਦੇ ਲਈ ਉਹਨਾਂ ਨੇ ਇਹ ਕਿਹਾ ਸੀ ਕਿ ਬਈ 5 ਮੈਂਬਰ ਦੀ ਕਮੇਟੀ ਕਿਸਾਨ ਸੰਗਠਨ ਆਪਣੀ ਦੇ ਦੇਣ ਤੇ ਇਹਨਾਂ ਨਾਲ ਖੇਤੀ ਮਾਹਿਰ ਬੈਠ ਜਾਣਗੇ ਔਰ ਇਹ ਕਾਨੂੰਨ ਆਪਣੇ ਆਪ ਬਣਾ ਲੈਣ। ਉਹ ਕਮੇਟੀ ਬਣਾ ਲੇ ਕਿ MSP ਤੇ ਕੀ ਕਾਨੂੰਨ ਬਣਾਉਣਾ, ਕਿਉਂਕਿ ਕੱਲ ਨੂੰ ਸਰਕਾਰ ਨੇ ਕਾਨੂੰਨ ਬਣਾਤਾ, ਕਿਸਾਨ ਦਾ ਨੁਕਸਾਨ ਹੋਇਆ ਤੇ ਇਹਨਾਂ ਨੇ ਕਹਿਣਾ ਕਿ ਸਰਕਾਰ ਨੇ ਗਲਤ ਕਾਨੂੰਨ ਬਣਾਤਾ। ਜਦੋਂ ਖੁਦ ਬਣਾਉਣਗੇ ਤਾਂ ਖੁਦ ਦੀ ਜ਼ਿੰਮੇਵਾਰੀ ਹੋਏਗੀ। ਇਸ ਕਰਕੇ ਇਹ ਇਹਨਾਂ ਨੂੰ ਕਿਹਾ ਗਿਆ। ਹੁਣ ਇਹਨਾਂ ਨੇ 9 ਦੇਣੇ ਆ, ਉਹ ਪਾਰਲੀਮੈਂਟ 'ਚ ਕਮੇਟੀ ਜਿਹੜੀ ਆ ਉਹ ਕੰਸਟੀਟਿਊਟ ਹੋ ਜਾਣੀ ਆ। ਉਹਦੇ 'ਚ ਕੋਈ ਦੋ ਰਾਏ ਨਹੀਂ ਰਹਿ ਜਾਂਦੀਆਂ। ਜਦੋਂ ਤੁਹਾਡੇ ਹੱਥ 'ਚ ਹੀ ਕਲਮ ਦੇਤੀ ਤੇ ਫਿਰ ਕਾਨੂੰਨ ਬਣਾਉਣ। ਤੁਹਾਨੂੰ ਲੱਗਦਾ ਕਿ ਅੰਦੋਲਨ ਸਮਾਪਤੀ ਹੋ ਜਾਏਗੀ ਇਸ ਬਿੱਲਾਂ ਦੇ ਵਾਪਸੀ ਦੇ ਨਾਲ ਹੀ? ਇਹ ਕਾਨੂੰਨਾਂ ਦੇ ਰੱਦ ਹੋਣ ਦੇ ਨਾਲ ਹੀ ਅੰਦੋਲਨ ਵਾਪਸੀ ਲੱਗਦਾ ਬੀਜੇਪੀ ਨੂੰ ਕਿ ਹੋ ਜਾਏਗੀ ਕਿ ਨਹੀਂ? ਦੇਖੋ ਇਦਾਂ ਗੌਰਵ ਜੀ, ਜੇ ਤਾਂ ਇਹ ਕਾਨੂੰਨ ਇਹ ਅੰਦੋਲਨ ਹੋਇਆ ਕਿਸਾਨ ਹਿੱਤ ਦੀ ਪੂਰਤੀ ਲਈ, ਫਿਰ ਤਾਂ ਇਹ ਵਾਪਸੀ ਹੋ ਜਾਏਗੀ। ਜੇ ਇਹ ਹੋਇਆ ਸਿਆਸੀ ਹਿੱਤਾਂ ਦੀ ਪੂਰਤੀ ਲਈ, ਫਿਰ ਇਹ ਵਾਪਸ ਨਹੀਂ ਹੋਣਾ। ਇਹ ਤਾਂ ਹੁਣ ਇਹਨਾਂ ਨੇ ਸੋਚਣਾ ਕਿ ਔਰ ਮੈਂ ਇੱਕ ਗੱਲ ਹੋਰ ਵੀ ਕਹਿਣਾ ਕਿ ਜਿਹੜਾ ਕਿਸਾਨ ਆ, ਜਦੋਂ ਉਹਨੂੰ ਇੱਕ ਕਿਸਾਨ ਜ਼ਿਆਦਾ ਦੇਸ਼ ਭਗਤ ਆ, ਉਹਨੂੰ ਜਦੋਂ ਸਮਝ ਆ ਗਈ ਕਿ ਸਾਨੂੰ ਵਰਤਿਆ ਜਾ ਰਿਹਾ ਤੇ ਪ੍ਰਧਾਨ ਮੰਤਰੀ ਦਾ ਚਿਹਰਾ ਖਰਾਬ ਕਰਨ ਲਈ, ਕਿਉਂਕਿ ਜੇ ਅੰਦੋਲਨ ਅੱਗੇ ਚੱਲੇਗਾ ਤਾਂ ਨੈਚੁਰਲੀ ਉਹੀ ਗੱਲ ਆ, ਤੇ ਫਿਰ ਕਿਸਾਨ ਨੇ ਹੀ ਇਹਨਾਂ ਦਾ ਸਾਥ ਛੱਡ ਦੇਣਾ ਤੇ ਮਜਬੂਰੀ 'ਚ ਇਹਨਾਂ ਨੂੰ ਵਾਪਸ ਲੈਣਾ ਪੈਣਾ। ਚਲੋ ਮੈਂ ਇੱਕ ਰਿਐਕਸ਼ਨ ਲੈਣਾ, ਉਸ ਤੋਂ ਬਾਅਦ ਮੈਂ ਬਾਕੀ ਮਹਿਮਾਨਾਂ ਦਾ ਰੁਖ ਕਰਾਂਗਾ। ਜੰਗਵੀਰ ਜੀ, ਇੱਕ ਛੋਟਾ ਜਿਹਾ ਰਿਐਕਸ਼ਨ ਸਰ ਤੁਹਾਡਾ। ਉਹ ਕਹਿ ਰਹੇ ਨੇ ਕਿ ਜੇ ਅੰਦੋਲਨ ਦੀ ਸਮਾਪਤੀ ਨਹੀਂ ਹੁੰਦੀ ਤਾਂ ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਇਹ ਸਿਆਸੀ ਮੁਫਾਦ ਜ਼ਹਿਨ ਦੇ ਵਿੱਚ ਨੇ, ਇਸ ਕਰਕੇ ਅੰਦੋਲਨ ਨੂੰ ਜਾਰੀ ਰੱਖਿਆ ਜਾਏਗਾ ਜੇ ਅੰਦੋਲਨ ਦੀ ਸਮਾਪਤੀ ਨਹੀਂ ਹੁੰਦੀ। ਦੇਖੋ, ਇਹ ਤਾਂ ਗਰੇਵਾਲ ਸਾਹਿਬ ਤਾਂ ਪਹਿਲਾਂ ਵੀ ਇਹ ਕਹਿੰਦੇ ਸੀਗੇ ਕਿ ਕਾਨੂੰਨ ਵੀ ਨਹੀਂ ਵਾਪਸ ਹੋਣੇ, ਕਿ ਅੱਤਵਾਦੀ ਆ, ਵੱਖਵਾਦੀ ਆ, ਮਾਓਵਾਦੀ ਆ, ਪਰਜੀਵੀ ਆ, ਬੜੇ ਨਾਂ ਦਿੱਤੇ ਗਏ ਸਾਨੂੰ ਇਸ ਅੰਦੋਲਨ ਦੇ ਵਿੱਚ। ਔਰ ਹੁਣ ਸਮਾਪਤੀ ਦੀ ਗੱਲ ਕਰਦੇ ਤਾਂ ਪ੍ਰਧਾਨ ਮੰਤਰੀ ਜੀ ਦੇ ਹੱਥ ਦੇ ਵਿੱਚ ਹੈ ਕਿ ਕਦੋਂ ਸਮਾਪਤ ਕਰਨਾ, ਕਦੋਂ ਇਹਨੂੰ ਅੰਤਮ ਰਸਮਾਂ ਤੱਕ ਪਹੁੰਚਾਉਣਾ ਆ। ਔਰ ਇਹ ਤਾਂ ਹਾਲੇ ਵੀ ਗਰੇਵਾਲ ਸਾਹਿਬ ਤਾਂ ਹੁਣ ਵੀ ਇਹੀ ਗੱਲ ਕਹਿ ਰਹੇ, ਚਲੋ ਸ਼ਬਦਾਂ ਦਾ ਹੇਰ ਫੇਰ ਮੰਨਦੇ ਆ, ਚਲੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਹੈਗੇ ਆ, ਬਹੁਤ ਚੰਗੀ ਗੱਲ ਹੈ, ਬਹੁਤ ਅੱਛੀ ਗੱਲ ਹੈ ਕਿ ਉਹਨਾਂ ਨੇ ਬਿੱਲ ਵਾਪਸ ਲੈ ਲਏ। ਕੁਝ ਸ਼ਬਦਾਂ ਦੇ ਵਿੱਚ ਹੇਰ ਫੇਰ ਦੀ ਗੱਲ ਮੰਨਦੇ ਆ, ਪਰ ਕਾਨੂੰਨ ਤਾਂ ਵਾਪਸ ਲੈ ਲਏ। ਅਸੀਂ ਸਵਾਗਤ ਵੀ ਕੀਤਾ ਗਰੇਵਾਲ ਸਾਹਿਬ, ਪਰ ਸਾਡੀ ਇੱਥੇ ਬਹਿਣ ਦੀ ਮਨਸ਼ਾ ਕੋਈ ਨਹੀਂ। ਇਹ ਅਸਲੀ ਕਿਸਾਨ ਨੇ ਬੈਠੇ ਆ, ਸਾਡੀ ਹੋਰ ਰਾਜਨੀਤਿਕ ਮਨਸ਼ਾ ਕੋਈ ਨਹੀਂ। ਪਰ ਜਿਹੜੇ ਦੂਜੇ ਸਾਡੇ ਸੂਬੇ ਨਾਲ ਲੱਗੇ ਨੇ, ਔਰ ਯੂਪੀ, ਬਿਹਾਰ ਤਾਂ ਦੂਸਰੀਆਂ ਸਟੇਟਾਂ, ਔਰ ਦੇਖੋ ਜੇ ਕਿਸਾਨ ਦੇ ਭਲੇ ਦੀ ਗੱਲ ਕਰਦੇ ਆ ਤੇ ਉੱਥੇ ਬਿਹਾਰ ਦੇ ਵਿੱਚ ਯੂਪੀ 'ਚ 1200 ਰੁਪਏ ਪ੍ਰਤੀ ਕੁਇੰਟਲ ਝੋਨਾ ਕਿਉਂ ਵਿਕਦਾ? ਉੱਥੇ ਵੀ ਤਾਂ ਕਾਨੂੰਨ ਲਾਗੂ ਹੋਏ ਸੀ। ਸਾਡੀ ਕੋਈ ਮਨਸ਼ਾ ਨਹੀਂ MSP ਤੇ ਠੀਕ ਹੈ, ਪਰ ਐਕਸ਼ਨ ਲੈ ਲਈਏ ਗਰੇਵਾਲ ਸਾਹਿਬ ਦਾ ਕਾਨੂੰਨ ਬਣਾ ਗਰੇਵਾਲ ਸਾਹਿਬ, ਇੱਕ ਛੋਟਾ ਜਿਹਾ ਦਿਓ, ਰਿਐਕਸ਼ਨ 10 ਸੈਕਿੰਡਸ ਦਾ, ਬਾਕੀ ਮਹਿਮਾਨ ਇੰਤਜ਼ਾਰ ਕਰ ਰਹੇ ਨੇ। ਠੀਕ ਹੈ ਗਰੇਵਾਲ ਸਾਹਿਬ ਦੇਖੋ ਗੱਲ ਇਹ ਆ ਕਿ ਮੈਂ ਇਹ ਸਾਰੀ ਚੀਜ਼ ਦਾ ਜਿਹੜੇ MSP ਦੀ ਗੱਲ ਕਰਦੇ ਆ ਨਾ, ਇਹ ਸਾਰੀ ਚੀਜ਼ ਦਾ ਜਵਾਬ ਦੇ ਸਕਦਾ ਕਿ ਝੋਨਾ ਜਿਹੜਾ ਹੈਗਾ ਉਹ 23 ਰਾਜਾਂ 'ਚ ਹੁੰਦਾ, ਕਣਕ 12 ਰਾਜਾਂ 'ਚ ਹੁੰਦੀ ਹੈ। ਠੀਕ ਹੈ, ਖਰੀਦ ਸਿਰਫ 3 ਰਾਜਾਂ 'ਚ ਹੀ ਹੁੰਦੀ ਆ ਔਰ 60% ਪੰਜਾਬ ਦੇ ਅੰਦਰ ਹੁੰਦੀ ਆ, 30% ਜਿਹੜੀ ਆ ਉਹ ਹਰਿਆਣਾ 'ਚ ਹੁੰਦੀ ਆ, 10% ਵੈਸਟਰਨ ਯੂਪੀ 'ਚ। ਤੇ ਉਹਦੇ ਤੇ ਮੈਂ ਬਹੁਤ ਦੱਸ ਸਕਦਾ ਸਾਰੀ ਗੱਲ, ਪਰ ਮੈਂ ਉਸ ਵਿਵਾਦ 'ਚ ਇਸ ਵੇਲੇ ਨਹੀਂ ਪੈਣਾ ਚਾਹੁੰਦਾ, ਕਿਉਂਕਿ ਜਦੋਂ ਠੀਕ ਦਿਸ਼ਾ ਨੂੰ ਜਾ ਰਹੀ ਹੋਵੇ ਗੱਲ, ਉਦੋਂ ਵਿਵਾਦ ਨਹੀਂ ਖੜੇ ਕਰਨੇ ਚਾਹੀਦੇ। ਪਰ ਜਿੱਦਾਂ ਇਹ ਹੁਣ ਵੀ ਕਹਿ ਰਹੇ ਆ ਕਿ ਪ੍ਰਧਾਨ ਮੰਤਰੀ ਜੀ ਦੇ ਹੱਥ ਆ, ਪ੍ਰਧਾਨ ਮੰਤਰੀ ਜੀ ਨੇ ਤਾਂ ਆਪਣੇ ਆਪ ਹੀ ਕਰਤਾ। MSP ਦੀ ਵੀ ਗੱਲ ਕਹਿਤੀ, ਹੁਣ ਤੁਸੀਂ ਬੈਠ ਕੇ ਬਣਾ ਲਓ ਕਾਨੂੰਨ ਜਿਹਾ ਜਿਹਾ ਬਣਾਉਣਾ। ਤੇ ਜੇ ਤੁਹਾਨੂੰ ਜੋ ਅੱਛਾ ਲੱਗੇ, ਜੇ ਕੱਲ ਨੂੰ ਕਿਸਾਨ ਨੂੰ ਤਕਲੀਫ ਹੋਈ ਉਸ ਦੀ, ਪੰਜਾਬ ਦੇ ਕਿਸਾਨ ਨੂੰ, ਤੁਹਾਡੇ ਕਾਨੂੰਨ ਬਣਾਉਣ ਨਾਲ, ਤਾਂ ਕਿਸਾਨ ਲੀਡਰ ਜ਼ਿੰਮੇਦਾਰ ਨੇ। ਠੀਕ ਹੈ ਨਾ, ਅਸੀਂ ਕਦੇ ਨਹੀਂ ਕਿਹਾ ਜਿਹੜਾ ਕਿਸਾਨ ਸੜਕਾਂ ਤੇ ਬੈਠਾ ਉਹਨੂੰ ਕਦੇ ਅੱਤਵਾਦੀ ਵੱਖਵਾਦੀ ਨਹੀਂ ਕਿਹਾ। ਜਿਹੜੀ ਇਹ ਕਿਸਾਨ ਸੰਗਠਨਾਂ ਦਾ ਅੰਦੋਲਨ ਸੀ, ਜਿਹੜੇ ਸੰਗਠਨ ਨੇ ਕੁਝ ਉਹ ਜ਼ਰੂਰ ਸਿਆਸਤ ਤੋਂ ਪ੍ਰੇਰਿਤ ਨੇ, ਉਹ ਸੰਗਠਨਾਂ ਦੀ ਲੀਡਰਸ਼ਿਪ ਇਹਨਾਂ ਕਿਸਾਨਾਂ ਨੂੰ ਤਾਂ ਇਹ ਸਮਝਾਤਾ ਕਿ ਤੁਹਾਡੀਆਂ ਜ਼ਮੀਨਾਂ ਖੋਹ ਲੈਣੀਆਂ ਨੇ, ਇਹਨਾਂ ਕਾਨੂੰਨਾਂ ਨਾਲ ਉਹ ਅਡਾਨੀ ਅੰਬਾਨੀ ਨੂੰ ਦੇ ਦੇਣੀਆਂ ਨੇ। ਇਹ ਤਾਂ ਮਰਨ ਵਾਰਨ ਤੇ ਹੋ ਕੇ ਆਇਆ ਸੀ, ਕਿਸਾਨ ਹੀ ਆਇਆ ਸੀ। ਪਰ ਕਿਸਾਨ ਸੰਗਠਨ ਜਿਹੜੇ ਨੇ ਉਹ ਅਲੱਗ-ਅਲੱਗ ਉਹਨਾਂ ਦੀ ਦਿਸ਼ਾ ਹੈਗੀ ਆ, ਅਲੱਗ-ਅਲੱਗ ਵਿਚਾਰਧਾਰਾ ਹੈਗੀ ਆ। ਇਹ ਨਹੀਂ ਮੈਂ ਕਹਿੰਦਾ ਵੀ ਸਾਰੇ ਹੀ ਸੰਗਠਨਾਂ ਦੀ ਹੈ, ਸਾਰਿਆਂ ਦੀ ਨਹੀਂ ਹੈ। ਪਰ ਅੱਜ ਜਿਹੜਾ ਅੰਦੋਲਨ ਵੀ ਵਾਪਸ ਨਹੀਂ ਹੋ ਰਿਹਾ, ਉਹਦਾ ਵੀ ਕਾਰਨ ਇਹੀ ਆ। ਔਰ ਉਹਦੇ 'ਚ ਹੁਣ ਤੁਸੀਂ ਦੇਖੋ ਵੀ ਕਾਂਗਰਸ ਨੇ ਇੱਥੋਂ ਬੱਸਾਂ ਭਰ ਗਰੇਵਾਲ ਸਾਹਿਬ ਤੁਹਾਡੇ ਕੋਲ ਵਾਪਸ ਲੋਕ ਵੀ ਭੇਜ ਰਹੇ ਆ। ਠੀਕ ਹੈ ਗਰੇਵਾਲ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਣਾ। ਦੇਖੋ, ਇੱਕ ਆਪਾਂ ਪਿਛਲੇ 1 ਸਾਲ ਤੋਂ ਇਹੀ ਡਿਸਕਸ ਕਰ ਰਹੇ ਹਾਂ ਕਿ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਸਾਨਾਂ ਨੂੰ ਕਿਹਾ ਗਿਆ ਕਿ ਤੁਹਾਡੀਆਂ ਜ਼ਮੀਨਾਂ ਖੋਹ ਲੈਣੀਆਂ, ਪਰ ਦੂਜੇ ਪਾਸੇ ਕਿਤੇ ਨਾ ਕਿਤੇ ਜੇ ਬੀਜੇਪੀ ਨਹੀਂ ਸਮਝਾ ਸਕੀ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਗੱਲ ਦੱਸ ਦਿੱਤੀ, ਤਾਂ ਦੋਵਾਂ ਦੇ ਵਿੱਚ ਇੱਕ ਫਰਕ ਤਾਂ ਰਹਿ ਗਿਆ ਨਾ।
ਕਿ ਜੇ ਤੁਸੀਂ ਕਹਿ ਰਹੇ ਹੋ ਕਾਨੂੰਨ ਵਧੀਆ ਸੀ ਤੇ ਅਸੀਂ ਤਾਂ ਵਧੀਆ ਨੀਅਤ ਦੇ ਨਾਲ ਲੈ ਕੇ ਆਏ ਸੀ, ਨਹੀਂ ਗੱਲ ਪਹੁੰਚ ਸਕੀ ਕਿਸਾਨਾਂ ਤੱਕ, ਉਹਦਾ ਨਤੀਜਾ ਇਹ ਹੈ ਕਿ ਵਾਪਸ ਲੈਣੇ ਪਏ ਨੇ। ਚਲੋ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਮੈਂ ਰੁਕ ਕਰਦਾ ਕਮਲਜੀਤ ਬਰਾੜ ਜੀ ਦਾ, ਸਾਡੇ ਨਾਲ ਜੁੜੇ ਹੋਏ ਨੇ, ਕਾਂਗਰਸ ਦੇ ਨੁਮਾਇੰਦੇ ਨੇ। ਬਰਾੜ ਸਾਹਿਬ, ਪਹਿਲਾ ਸਟੇਟਮੈਂਟ ਤੁਹਾਡਾ ਇਹੀ, ਕਿਉਂਕਿ 1 ਸਾਲ ਹੋ ਚੁੱਕਿਆ, 1 ਸਾਲ ਦੇ ਵਿੱਚ ਮੈਂ ਪਹਿਲਾਂ ਸ਼ੁਰੂਆਤ 'ਚ ਜ਼ਿਕਰ ਕੀਤਾ ਸੀ ਕਿ ਬਹੁਤ ਕੁਝ ਦੇਖਿਆ ਸਾਰਿਆਂ ਨੇ, ਤੇ ਆਖਿਰ ਨੂੰ 1 ਸਾਲ ਕੰਪਲੀਟ ਹੋਣ ਤੋਂ ਕੁਝ ਦਿਨ ਪਹਿਲਾਂ ਉਹ ਐਲਾਨ ਵੀ ਆ ਗਿਆ ਜਿਸ ਦਾ ਕਿਸਾਨ ਇੰਤਜ਼ਾਰ ਕਰ ਰਹੇ ਸੀ, ਕਾਨੂੰਨ ਵਾਪਸੀ ਵਾਲਾ। ਤੁਹਾਨੂੰ ਲੱਗਦਾ ਕਿ ਹੁਣ ਮੌਕਾ ਆ ਗਿਆ ਜਦੋਂ ਵਾਪਸੀ ਹੋਵੇ, ਪੰਜਾਬ ਨੂੰ ਵਾਪਸ ਆਉਣ ਕਿਸਾਨ ਜਥੇਬੰਦੀਆਂ, ਕਿ ਹੁਣ ਡਿਸਾਈਡ ਕਰ ਲੈਣਾ ਚਾਹੀਦਾ ਕਿ ਠੀਕ ਹੈ ਖੇਤੀ ਕਾਨੂੰਨਾਂ ਦਾ ਰੇੜਕਾ ਸੀ, ਖਤਮ ਹੋ ਗਿਆ ਤੇ ਹੁਣ ਅੰਦੋਲਨ ਸਮਾਪਤੀ ਵਾਲੇ ਪਾਸੇ ਲੈ ਕੇ ਜਾਈਏ? ਸਭ ਤੋਂ ਪਹਿਲਾਂ ਤਾਂ ਉਹਨਾਂ ਮਹਾਨ ਯੋਧਿਆਂ ਨੂੰ ਸਜਦਾ ਹੈ ਸਲਾਮ ਆ, ਜਿਨ੍ਹਾਂ ਦੀ 1 ਸਾਲ ਦੇ ਵਿੱਚ 700 ਤੋਂ ਉੱਪਰ ਸਾਡੇ ਉਹ ਮਰਜੀਵੜੇ ਜਿਨ੍ਹਾਂ ਦੀ ਸ਼ਹਾਦਤ ਹੋਈ ਹੈ, ਚਾਹੇ ਉਹ ਕਿਸਾਨੀ ਘੋਲ ਦੇ ਵਿੱਚ ਮੋਰਚੇ ਦੇ ਸ਼ਹੀਦ ਹੋਏ ਤੇ ਚਾਹੇ ਭਾਜਪਾ ਦੇ ਗੁੰਡਿਆਂ ਵੱਲੋਂ, ਮੰਤਰੀਆਂ ਵੱਲੋਂ ਗੱਡੀਆਂ ਥੱਲੇ ਦਰੜ ਕੇ ਸ਼ਹੀਦ ਕੀਤੇ ਗਏ। ਉਹਨਾਂ ਸਾਰਿਆਂ ਨੂੰ ਸਜਦਾ ਤੇ ਸਲਾਮ ਆ, ਉਹਨਾਂ ਨੂੰ ਯਾਦ ਕਰਨਾ ਬਣਦਾ ਅੱਜ ਦੇ ਦਿਨ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਉਸ ਤੋਂ ਵੱਡੀ ਗੱਲ ਗੁਰੂ ਬਾਬੇ ਦੇ ਗੁਰਪੁਰਬ ਵਾਲੇ ਦਿਨ ਇਹ ਫੈਸਲਾ ਆਇਆ ਹੈ ਕਿਸਾਨਾਂ ਦੀ ਜਿੱਤ ਦਾ, ਤੇ ਗੁਰੂ ਬਾਬੇ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਆ। ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਚ। ਉਸ ਬਾਬੇ ਦਾ ਜ਼ਿਕਰ ਵੀ ਕਰਨਾ ਜ਼ਰੂਰੀ ਹੈ ਜਿਸ ਬਾਬੇ ਦੇ ਗੁਰਪੁਰਬ ਵਾਲੇ ਦਿਨ, ਕਿਉਂਕਿ ਬਾਬੇ ਨੇ ਦਰਸਾਇਆ ਹੈ, ਦੱਸਿਆ ਹੈ, ਸਾਨੂੰ ਸਮਝਾਇਆ ਹੈ ਕਿ ਗੁਰੂ ਬਾਬਾ ਹਮੇਸ਼ਾ ਇਸ ਘੋਲ ਦੇ ਕਿਸਾਨਾਂ ਦੇ, ਆਪਦੇ ਕਿਰਤੀਆਂ ਦੇ, ਮਜ਼ਦੂਰਾਂ ਦੇ ਸਦਾ ਅੰਗ ਸੰਗ ਆ। ਤੇ ਵੱਡੀ ਗੱਲ, ਹਕੂਮਤ ਦੀ ਧੌਣ ਦੇ ਵਿੱਚੋਂ ਕਿਸਾਨਾਂ ਨੇ, ਮਜ਼ਦੂਰਾਂ ਨੇ ਰਲ ਕੇ ਕਿੱਲਾ ਕੱਢਿਆ ਹੈ, ਤੇ ਇੱਕ ਵੱਡਾ ਸੁਨੇਹਾ ਇਹ ਹਕੂਮਤ ਨੂੰ ਵੀ ਆ ਤੇ ਸਾਨੂੰ ਵੀ ਆ, ਸਦਾ ਰਹੂਗਾ ਯਾਦ ਕਿ ਜਦੋਂ ਵੀ ਰਲ ਮਿਲ ਕੇ ਲੜਾਂਗੇ, ਇੱਕ ਦੂਜੇ ਦਾ ਹੱਥ ਫੜ ਕੇ ਲੜਾਂਗੇ, ਜਾਤਾਂ ਧਰਮਾਂ ਦੇ ਵਲਗਣਾ ਤੋਂ ਉੱਤੇ ਉੱਠ ਕੇ ਲੜਾਂਗੇ ਤੇ ਫਤਿਹ ਤੁਹਾਡੇ ਪੈਰਾਂ ਦੇ ਵਿੱਚ ਹੋਊਗੀ। ਇਹ ਵੱਡੀਆਂ ਗੱਲਾਂ ਨੇ, ਇਹ ਸੁਨੇਹੇ ਨੇ ਅੰਦੋਲਨ ਦੇ ਵਿੱਚ ਨਿਕਲ ਕੇ ਆਏ, ਤੇ ਹਕੂਮਤ ਨੂੰ ਵੀ ਸਮਝ ਲੈਣਾ ਚਾਹੀਦਾ, ਇਹ ਮੀਰ ਮੰਨੂ ਦੇ ਵਾਰਸਾਂ ਨੂੰ, ਬਾਬਰ ਦੇ ਵਾਰਸਾਂ ਨੂੰ, ਕਿ ਸਾਨੂੰ ਇਹ ਗੁੜਤੀ ਮਿਲੀ ਹੋਈ ਆ। ਅਸੀਂ ਕਹਿੰਦੇ ਰਹਿੰਦੇ, ਅਸੀਂ ਪੜ੍ਹਦੇ ਰਹੇ ਹਾਂ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਰ ਸਵਾਏ ਹੋਏ। ਜਿਹੜੇ ਕਹਿੰਦੇ ਸੀ ਕਿ ਕਿਸਾਨ ਟੁੱਟ ਜਾਣਗੇ, ਭੱਜ ਜਾਣਗੇ, ਜਿਨ੍ਹਾਂ ਨੇ ਲੱਖਾਂ ਸਿਰ ਤੋੜੇ, ਜ਼ਾਲਮ ਹਕੂਮਤ ਨੇ ਕੋਸ਼ਿਸ਼ਾਂ ਕੀਤੀਆਂ ਭਜਾਉਣ ਦੀਆਂ, ਅੱਜ ਉਹੀ ਬਾਰਡਰਾਂ ਤੇ ਬੈਠੇ ਜਿੱਤ ਦੇ ਜਸ਼ਨ ਮਨਾ ਰਹੇ ਆ। ਇਹ ਗੁਰੂ ਬਾਬੇ ਦੀ ਕਿਰਪਾ ਹੈ, ਔਰ ਇਹਦੇ ਵਿੱਚ ਇੱਕ ਬੰਦੇ ਦਾ ਯੋਗਦਾਨ ਨਹੀਂ, ਹਜ਼ਾਰਾਂ ਉਹਨਾਂ ਲੋਕਾਂ ਦਾ ਯੋਗਦਾਨ ਆ। ਸਭ ਤੋਂ ਵੱਡਾ ਯੋਗਦਾਨ ਸਾਡੇ NRI ਭਰਾਵਾਂ ਦਾ, ਸਾਡੀਆਂ ਮਾਵਾਂ ਦਾ, ਬਜ਼ੁਰਗ ਮਾਵਾਂ ਦਾ, ਬਜ਼ੁਰਗ ਬਾਬਿਆਂ ਦਾ, ਤੇ ਸਾਡੇ ਨੌਜਵਾਨਾਂ ਦਾ, ਜਿਹੜੇ ਅੱਜ ਦੇ ਦਿਨ ਪੰਜਾਬ ਦੀ ਉਸ ਜਵਾਨੀ ਦਾ ਵੱਡਾ ਯੋਗਦਾਨ, ਜਿਹੜੀ ਅੱਜ ਦੇ ਦਿਨ ਭਾਜਪਾ ਵੱਲੋਂ ਲਾਈਆਂ ਗਈਆਂ ਲੱਖਾਂ ਰੋਕਾਂ ਤੋੜ ਕੇ, ਬੈਰੀਕੇਡ ਤੋੜ ਕੇ ਉੱਥੇ ਪਹੁੰਚੇ, ਇਹ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਔਰ ਇਹ ਘੋੜ ਦੀ ਜੇਤੂ ਲੈ ਜਾ ਰਹੀ ਹੈ ਜੀ। ਗਰੇਵਾਲ ਸਾਹਿਬ ਕਰੀ ਜਾਂਦੇ ਆ ਕਿ ਖਤਮ ਕਰ ਦੇਣ, ਜਾਣਾ ਚਾਹੀਦਾ, ਇਹਨਾਂ ਦੀ ਮਰਜ਼ੀ ਨਾਲ ਕਾਨੂੰਨ ਬਣਾ। ਜੇ ਅੱਜ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਆਪਦੀ ਮਰਜ਼ੀ ਨਾਲ MSP ਦੀ ਗਾਰੰਟੀ ਲੈ ਲਓ, ਅੱਜ ਮਰਜ਼ੀ ਨਾਲ ਕਾਨੂੰਨ ਬਣਾ ਲਓ, ਤੇ ਸਰਕਾਰਾਂ ਕਾਨੂੰਨ ਬਣਾਉਂਦੀਆਂ ਨੇ, ਤੁਹਾਨੂੰ ਤਾਂ ਅਧਿਕਾਰ ਹੀ ਨਹੀਂ। ਸੂਬਾ ਸਰਕਾਰਾਂ ਦਾ ਅਧਿਕਾਰ ਹੈ ਖੇਤੀ ਕਾਨੂੰਨਾਂ ਦੀ ਗੱਲ ਕਰਨ ਦੀ। ਪਰ ਬਰਾੜ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਅਗਲੇ ਪੁਆਇੰਟ ਤੇ ਆ ਗਏ ਨਾ ਹੁਣ ਤਾਂ ਉਹ ਕਾਨੂੰਨ ਵਾਲੀ ਗੱਲ ਪਿੱਛੇ ਰਹਿ ਗਈ? ਮੈਂ ਤਾਂ ਸਿੱਧਾ ਸਵਾਲ ਇਹੀ ਕਰ ਰਿਹਾ ਕਿ ਲੱਗਦਾ ਤੁਹਾਨੂੰ ਕਿ ਕਿਸਾਨਾਂ ਨੂੰ ਸੋਚਣਾ ਚਾਹੀਦਾ ਕਿ ਠੀਕ ਹੈ ਹੁਣ ਅਸੀਂ ਅੰਦੋਲਨ ਸਮਾਪਤੀ ਵਾਲਾ ਐਲਾਨ ਕਰੀਏ? ਇੱਕ ਪਾਸੇ ਮੰਗਾਂ ਨੇ, ਦੂਜੇ ਪਾਸੇ ਉਹ ਲੋਕ ਵੀ ਨਹੀਂ ਨਾ ਜਿਹੜੇ ਬੈਠੇ ਹੋਏ ਨੇ ਦਿੱਲੀ ਬਾਰਡਰਾਂ ਤੇ, ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਸਾਲ ਤੋਂ ਆਪਣੇ ਘਰ ਨਹੀਂ ਆਏ, ਉੱਥੇ ਹੀ ਬੈਠੇ ਹੋਏ ਨੇ, ਤਾਂ ਉਹਨਾਂ ਦੇ ਬਾਰੇ ਵੀ ਤਾਂ ਸੋਚਣਾ ਚਾਹੀਦਾ। ਸਰਕਾਰ ਨੂੰ ਇਹ ਚੀਜ਼ ਦਾ ਸਰਕਾਰ ਨੂੰ ਸੋਚਣਾ ਚਾਹੀਦਾ, ਕਿਸਾਨਾਂ ਨੂੰ ਨਹੀਂ ਸੋਚਣਾ ਚਾਹੀਦਾ। ਸਰਕਾਰ ਨੂੰ ਸੋਚਣਾ, ਕਿਸਾਨ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਆ, ਜੇ ਇਹ ਘੋਲ ਨੂੰ 1 ਸਾਲ ਨਹੀਂ ਹੋਇਆ, ਠੀਕ ਹੈ, ਮਤਲਬ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਜਥੇਬੰਦੀਆਂ ਦੇ ਨਾਲ ਗੱਲਬਾਤ ਜਾਂ MSP ਦੇ ਉੱਤੇ ਵੀ ਸਰਕਾਰ ਫੈਸਲਾ ਕਰ ਦੇਵੇ? ਗੌਰਵ ਜੀ, ਇਹ ਜ਼ਰੂਰੀ ਹੈ, ਕਿਉਂਕਿ ਜਿਹੜੀਆਂ ਸਕੀਮਾਂ, ਜਿਹੜੀਆਂ ਮੱਦਾਂ ਘੋਲ ਦੇ, ਜਿਹੜੀਆਂ ਬਿੱਲ ਦੇ ਵਿੱਚ ਮੱਦਾਂ ਸੀ ਨਾ, ਉਹਨਾਂ ਮੱਦਾਂ ਨੂੰ ਪੜ੍ਹਨਾ ਬਣਦਾ ਹੈ, ਕਿਉਂਕਿ ਬਿੱਲ ਵਾਪਸੀ ਦੀ ਗਾਰੰਟੀ ਉਹ ਬੰਦਾ ਦੇ ਰਿਹਾ ਜਿਹਨੇ 2.5 ਲੱਖ 15 ਲੱਖ ਰੁਪਈਆ ਖਾਤਿਆਂ 'ਚ ਪਾਉਣ ਦੀ ਗੱਲ ਕਰੀ ਸੀ, 2.5 ਲੱਖ ਨੌਕਰੀਆਂ ਦੀ ਗੱਲ ਕਰੀ ਸੀ ਸਾਲ ਦੇ ਵਿੱਚ। ਉਹ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੈ। ਵਿਸ਼ਵਾਸ ਬਿੱਲ ਆਏ ਕਿਵੇਂ ਆ? ਬਿੱਲ ਆਏ ਟੀਵੀ ਤੇ ਐਲਾਨ ਕਰਤਾ ਗਿਆ, ਬਿੱਲ ਲਾਗੂ ਹੋ ਗਏ। ਬਿੱਲ ਜਿਵੇਂ ਆਏ ਆ ਉਵੇਂ ਵਾਪਸੀ ਹੋਊਗੀ, ਔਰ ਕਿਸਾਨ ਆਗੂਆਂ ਨੂੰ ਪੜ੍ਹੇ ਲਿਖੇ ਕਿਸਾਨ ਸਾਫ਼ ਹੋ ਗਿਆ ਸਰ। 29 ਤਰੀਕ ਤੋਂ ਸ਼ੁਰੂ ਹੋਣ ਜਾ ਰਿਹਾ, 29 ਤਰੀਕ ਤੋਂ ਸ਼ੁਰੂ ਹੋਣ ਜਾ ਰਿਹਾ ਪਾਰਲੀਮੈਂਟ ਸੈਸ਼ਨ, ਤਾਂ ਕਹਿੰਦੇ ਉਹਦੇ ਵਿੱਚ ਹਟਾ ਦੇਵਾਂਗੇ। ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੁਣ ਤੱਕ, ਕੇਂਦਰ ਦੀ ਕੈਬਨਿਟ। ਭਰੋਸਾ ਨਹੀਂ ਨਾ ਹੈਗਾ ਇਸ ਸਰਕਾਰ, ਭਰੋਸਾ ਨਹੀਂ ਵੱਜ ਰਿਹਾ ਕਿਸਾਨਾਂ ਦਾ। ਚਲੋ ਮੈਂ ਇੱਕ ਹੋਰ ਸਵਾਲ ਪੁੱਛ ਲੈਣਾ, ਤੁਸੀਂ ਕਹਿੰਦੇ ਹੋ ਭਰੋਸਾ ਨਹੀਂ ਹੈ, ਪਰ ਜੇ ਪਾਰਲੀਮੈਂਟ 'ਚ ਸੰਵਿਧਾਨਿਕ ਪ੍ਰਕਿਰਿਆ ਦੇ ਨਾਲ ਵਾਪਸੀ ਹੋ ਜਾਵੇ, ਰਾਸ਼ਟਰਪਤੀ ਦੇ ਸਾਈਨ ਹੋ ਜਾਣ, ਉਸ ਤੋਂ ਬਾਅਦ ਵਾਪਸ ਅੰਦੋਲਨ ਲੈ ਲੈਣਾ ਚਾਹੀਦਾ? ਮੈਂ ਦੇਖੋ, ਮੈਂ ਉੱਤਰ ਪ੍ਰਦੇਸ਼ ਦੀ ਗਰੇਵਾਲ ਸਾਹਿਬ ਨੇ ਬੜੀਆਂ ਉਦਾਹਰਨਾਂ ਜਾਂ ਅੰਕੜੇ ਜੇ ਪੇਸ਼ ਕੀਤੇ ਕਿ ਵੈਸਟਰਨ ਉੱਤਰ ਪ੍ਰਦੇਸ਼ UP ਦੇ ਵਿੱਚ, ਮੈਂ ਉੱਥੇ ਜਾ ਕੇ ਆਇਆ, 1100 ਨੂੰ ਝੋਨਾ ਵੇਚਦਾ, ਕਿਸਾਨ ਮਜਬੂਰ ਨੇ ਉੱਥੇ,
ਔਰ ਸਾਡਾ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਲਖੀਮਪੁਰ ਪਲੀਆ ਇਹਨਾਂ ਬੈਠਾ ਉਸ ਇਲਾਕੇ ਦੇ ਵਿੱਚ ਮਿਹਨਤ ਕਰਦੇ ਆ, ਪਰ ਜਦੋਂ ਝੋਨਾ ਹੀ ਨਹੀਂ ਉਹਨਾਂ ਦਾ 1100 ਵਿਕਦਾ, ਐਮਐਸਪੀ ਦੀ ਗਾਰੰਟੀ ਹੋਣੀ ਚਾਹੀਦੀ। ਚਲੋ ਮੈਂ ਇੱਕ ਪੁਆਇੰਟ ਤੇ ਮੈਂ ਵਾਪਸ ਆਉਂਗਾ, ਇੱਕ ਵਾਰੀ ਮੈਂ ਸਾਰਿਆਂ ਨੂੰ ਐਡ ਕਰ ਲਵਾਂ। ਹਰਜੀਤ ਭੁੱਲਰ ਜੀ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਭੁੱਲਰ ਸਾਹਿਬ, ਕਿਵੇਂ ਦੇਖਦੇ ਹੋ ਇਸ 1 ਸਾਲ ਨੂੰ? ਅਕਾਲੀ ਦਲ ਨੇ ਵੀ ਬਹੁਤ ਉਤਾਰ ਚੜਾਅ ਇਸ ਪੂਰੇ ਮਾਮਲੇ 'ਚ ਦੇਖੇ ਨੇ। ਅੰਦੋਲਨ ਦੀ ਸ਼ੁਰੂਆਤ ਤੋਂ ਪਹਿਲਾਂ ਜਿਸ ਤਰੀਕੇ ਨਾਲ ਘਟਨਾਕ੍ਰਮ ਵਾਪਰਿਆ, ਭਾਈਵਾਲਾਂ ਤੋਂ ਵੱਖ ਹੋਏ, ਫਿਰ ਉਸ ਤੋਂ ਬਾਅਦ ਮੰਤਰੀ ਵਾਲਾ ਅਹੁਦਾ ਵੀ ਗਿਆ, ਬੜਾ ਕੁਝ ਹੋਇਆ ਨਾ 1 ਸਾਲ ਦੇ ਵਿੱਚ। ਲੱਗਦਾ ਕਿ ਹੁਣ ਉਹ ਸਮਾਂ ਆ ਗਿਆ ਕਿ ਜਥੇਬੰਦੀਆਂ ਸੋਚਣ, ਖਾਸ ਤੌਰ ਤੇ 27 ਤਰੀਕ ਨੂੰ ਮੀਟਿੰਗ ਹੈ, ਕੱਲ ਹੀ ਮੀਟਿੰਗ ਹੈ, ਉਸ ਮੀਟਿੰਗ ਦੇ ਵਿੱਚ ਹੀ ਫਾਈਨਲ ਕਰ ਦੇਣ ਜਥੇਬੰਦੀਆਂ ਕਿ ਠੀਕ ਹੈ ਅਸੀਂ ਅੰਦੋਲਨ ਵਾਪਸ ਲੈ ਜਾਾਂਗੇ ਜਿਸ ਦਿਨ ਸੰਵਿਧਾਨਿਕ ਪ੍ਰਕਿਰਿਆ ਮੁਕੰਮਲ ਹੋ ਗਈ। ਸ਼ੁਕਲਾ ਜੀ, ਗੱਲ ਇਸ ਤਰ੍ਹਾਂ ਹੈਗੀ ਆ, ਪਹਿਲਾਂ ਤੇ ਦੇਰ ਆਏ ਦਰੁਸਤ ਆਏ ਵੀ ਹਲੋ ਜਿਸ ਤਰ੍ਹਾਂ ਹਾਂਜੀ ਜਿਸ ਤਰ੍ਹਾਂ ਕਾਨੂੰਨ ਇਹ ਵਾਪਸ ਲੈ ਗਏ ਨੇ, ਇਹ ਕੋਈ ਇੱਕ ਦਿਨ ਚ ਨਹੀਂ ਵਾਪਸ ਲੈ ਗਏ ਵੀ ਹਾਂ ਜੀ ਵੀ ਸਵੇਰੇ ਪ੍ਰਧਾਨ ਮੰਤਰੀ ਦੀ ਨੀਂਦ ਖੁੱਲੀ ਤੇ ਉਹਨਾਂ ਨੇ ਜਾ ਕੇ ਐਲਾਨ ਕਰਤਾ। ਇਹ ਤੇ ਨੀਂਦ ਖਲਵਾਈ ਗਈ ਹੈ ਕਿਸਾਨਾਂ ਦੀ ਮੂਵਮੈਂਟ ਵੱਲੋਂ। ਜਿਹੜੇ ਬਾਈ ਇਲੈਕਸ਼ਨ ਹੋਏ ਉਹਨਾਂ ਦੇ ਰਿਜ਼ਲਟ ਆਏ ਨੇ, ਉਹਦੇ ਨਾਲ ਸਰਕਾਰ ਦੀਆਂ ਅੱਖਾਂ ਖੁੱਲੀਆਂ ਨੇ। ਜਿਹੜੇ ਯੂਪੀ ਦੇ ਵਿੱਚੋਂ ਦੀ ਜਿਹੜੇ ਇਹਨਾਂ ਸਰਵੇ ਆਏ ਕਿ ਯੂਪੀ ਦੇ ਵਿੱਚ ਹਾਰਨ ਜਾ ਰਹੇ ਨੇ, ਯੂਪੀ ਇਹਨਾਂ ਦੇ ਹੱਥੋਂ ਖਿਸਕਦੀ ਜਾ ਰਹੀ ਹੈ, ਉਸ ਤੋਂ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਜੀ ਦੀਆਂ ਔਰ ਉਹਨਾਂ ਦੀ ਟੀਮ ਦੀਆਂ ਅੱਖਾਂ ਖੁੱਲੀਆਂ ਵੀ ਅਸੀਂ ਹੌਲੀ ਹੌਲੀ ਸਾਡਾ ਜਿਹੜਾ ਜਗ੍ਹਾ ਹੈਗੀ ਖਿਸਕਦੀ ਜਾ ਰਹੀ ਹੈ, ਇਸ ਕਰਕੇ ਸਾਨੂੰ ਇਹ ਕਾਨੂੰਨ ਜਿਹੜੇ ਵਾਪਸ ਲੈਣੇ ਪੈਣੇ ਆ। ਔਰ ਉਹਨਾਂ ਨੂੰ ਲੱਗਦਾ ਸੀਗਾ ਮੀਂਹ ਆਏਗਾ, ਹਨੇਰੀ ਆਏਗੀ, ਲਖੀਮਪੁਰ ਦਾ ਕਾਂਡ ਹੋਊਗਾ ਜਾਂ ਸਿੱਧੂ ਬਾਰਡਰ ਦਾ ਜਿਹੜਾ ਕਾਂਡ ਕੀਤਾ ਗਿਆ ਉਹ ਕਾਂਡ ਹੋਣਗੇ, ਔਰ ਜਿਹੜੇ ਕਿਸਾਨ ਹੈ ਇਹਨਾਂ ਨੂੰ ਉੱਥੋਂ ਦੀ ਖਤਮ ਕਰ ਦਿੱਤਾ ਜਾਊਗਾ। ਦੇਖੋ ਇਹ ਇਤਿਹਾਸ ਜਿਹੜਾ ਜੇ ਕਿਸਾਨਾਂ ਦਾ ਦੇਖਿਆ ਜਾਏ ਮੂਵਮੈਂਟ ਦਾ, ਹਮੇਸ਼ਾ ਕਿਸਾਨ ਜਿਹੜੇ ਨੇ ਆਪਣੀ ਜਿੱਤ ਤੋਂ ਬਾਅਦ ਹੀ ਵਾਪਸ ਆਏ ਆ। ਔਰ ਅਸੀਂ ਇਹਨਾਂ ਦੇ ਜਿਹੜੇ ਆਪਣੇ ਗਵਰਨਰ ਲਾਏ ਹੋਏ ਨੇ ਮਲਿਕ ਸਾਹਿਬ, ਉਹਨਾਂ ਦੀਆਂ ਸਟੇਟਮੈਂਟਾਂ ਸੁਣੋ ਤੁਸੀਂ, ਉਹਨਾਂ ਨੇ ਵੀ ਬੜੇ ਠੋਕ ਕੇ ਇਹ ਗੱਲ ਕਹੀ ਹੈ ਵੀ ਇਹਨਾਂ ਲੋਕਾਂ ਨੂੰ ਤੁਸੀਂ ਇਸ ਤਰ੍ਹਾਂ ਨਹੀਂ ਹਰਾ ਸਕਦੇ ਵੀ ਤੁਸੀਂ ਕਿ ਜ਼ੋਰ ਜ਼ਬਰ ਨਾਲ ਹਰਾ ਲੋਗੇ, ਇਹ ਨਹੀਂ ਹਾਰ ਸਕਦੇ। ਇਹਨਾਂ ਨੂੰ ਖਾਲਿਸਤਾਨੀ ਕਹਿ ਲਓ, ਇਹਨਾਂ ਨੂੰ ਅੱਤਵਾਦੀ ਕਹਿ ਲਓ, ਇਹਨਾਂ ਨੂੰ ਵੱਖਵਾਦੀ ਕਹਿ ਲਓ, ਜੋ ਮਰਜ਼ੀ ਕਹਿ ਲਓ ਤੁਸੀਂ। ਔਰ ਅੱਜ ਮੈਂ ਤਾਂ ਦੁਬਾਰਾ ਕਹਿ ਰਿਹਾ, ਆਪਾਂ ਕਿਤੇ ਨਾ ਕਿਤੇ ਉਸੇ ਪੁਆਇੰਟ ਦੇ ਉੱਤੇ ਅੱਜ ਵੀ ਫਸੇ ਹੋਏ ਆ, ਕਿਉਂਕਿ ਅੰਦੋਲਨ ਤਾਂ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਵੀ ਸੀ, ਤਾਂ ਕਾਨੂੰਨ ਤਾਂ ਵਾਪਸ ਹੋ ਚੁੱਕੇ ਨੇ। ਅੱਜ ਵੀ ਆਪਾਂ ਉਸ ਨੂੰ ਡਿਸਕਸ ਕਰਦੇ ਰਹੀਏ ਤਾਂ ਸ਼ਾਇਦ ਸਮਾਂ ਆਪਣੇ ਕੋਲ ਪੂਰਾ ਹੋਏਗਾ। ਮੈਂ ਤਾਂ ਅਗਲੇ ਪੁਆਇੰਟ ਤੇ ਆ ਰਿਹਾ, ਤੁਹਾਨੂੰ ਲੱਗਦਾ ਕਿ ਅੰਦੋਲਨ ਚੱਲਦਾ ਰਹਿਣਾ ਚਾਹੀਦਾ? ਉਹੀ ਦੱਸ ਰਿਹਾ, ਮੈਂ ਉਸੇ ਗੱਲ ਤੇ ਆ ਰਿਹਾ। ਮੈਂ ਗਰੇਵਾਲ ਸਾਹਿਬ ਨੂੰ ਇਹ ਦੱਸ ਦੇਣਾ ਚਾਹੁੰਦਾ ਹੈ ਕਿ ਜਿਹੜੇ ਮੋਹਨ ਭਗਵਤ ਜੀ ਜਿਹੜੇ ਸੰਘ ਦੇ ਸੰਘ ਚਾਲਕ ਨੇ ਜੀ, ਉਹਨਾਂ ਦੇ ਉੱਪਰ ਕੋਈ ਨਹੀਂ ਹੈ। ਉਹਨਾਂ ਨੇ ਵੀ ਕਿਹਾ ਵੀ ਐਮਐਸਪੀ ਜਿਹੜੀ ਆ ਗਰੰਟੀ ਹੋਣੀ ਚਾਹੀਦੀ ਹੈ, ਔਰ ਉਹਨਾਂ ਨੇ ਵੀ ਕਿਹਾ ਸੀਗਾ ਜਿਹੜੇ ਕਾਨੂੰਨ ਨੇ ਇਹਨਾਂ ਦੇ ਵਿੱਚ ਸੋਧ ਹੋਣੀ ਚਾਹੀਦੀ ਹੈ। ਤੇ ਬੀਜੇਪੀ ਨੂੰ ਉਹਨਾਂ ਦੀ ਗੱਲ ਮੰਨਣ ਚ ਕੀ ਹਰਜ ਸੀਗਾ? ਕਿਸਾਨਾਂ ਦੀ ਚਲੋ ਨਹੀਂ ਮੰਨਣੀ ਸੀ, ਘੱਟੋ ਘੱਟ ਜਿਹੜੇ ਮੋਹਨ ਭਗਵਤ ਜੀ ਜਿਹੜੇ ਸੰਘ ਚਾਲਕ ਨੇ ਇਹਨਾਂ ਦੇ ਹੈੱਡ ਮੰਨੇ ਜਾਂਦੇ ਆ, ਉਹਨਾਂ ਦੀ ਗੱਲ ਮੰਨਣ ਤੇ ਕੋਈ ਇਤਰਾਜ਼ ਨਹੀਂ ਸੀ। ਲੇਕਿਨ ਉਹਦੇ ਬਾਵਜੂਦ ਵੀ ਇੰਕਲੂਡਿੰਗ ਗਰੇਵਾਲ ਸਾਹਿਬ ਇਹਨਾਂ ਨੂੰ ਅੱਤਵਾਦੀ ਵੱਖਵਾਦੀ ਫਲਾਣਾ ਟਮਕਾਣਾ ਇਹ ਗੱਲਾਂ ਕਰਦੇ ਰਹੇ। ਔਰ ਸਭ ਤੋਂ ਵੱਧ ਅਗਰ ਕਿਤੇ ਨਾ ਕਿਤੇ ਢਾਲ ਆਈ ਹੈ, ਬਾਰ-ਬਾਰ ਇਹ ਕਹਿ ਕੇ ਕਾਨੂੰਨ ਨਹੀਂ ਰੱਦ ਹੁੰਦੇ, ਜੋ ਮਰਜ਼ੀ ਕਰ ਲਓ ਤੁਸੀਂ, ਉਹਦੇ ਕਿਸੇ ਹੋਰ ਨੇ ਤੇ ਇਹਨੇ ਬਿਆਨ ਨਹੀਂ ਦਿੱਤੇ, ਜਿਹਨੇ ਗਰੇਵਾਲ ਸਾਹਿਬ ਨੇ ਬਿਆਨ ਦਿੱਤੇ ਆ ਕੇ ਬਾਹਰ। ਚਲੋ ਅੱਜ ਜਿਹੜਾ ਹੈਗਾ ਇੱਕ ਲੈਵਲ ਤੇ ਹੀ ਪਹੁੰਚੇ ਆ, ਮਾਮਲੇ ਬਹੁਤ ਨੇ ਜਿਹੜੇ ਕਿਸਾਨਾਂ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਾਰ-ਬਾਰ ਲੜਦਾ ਰਿਹਾ। ਔਰ ਉੱਚ ਸਾਹਿਬ ਪ੍ਰਕਾਸ਼ ਸਿੰਘ ਬਾਦਲ ਹੋਣੀ ਵੀ ਲੜਦੇ ਰਹੇ, ਦੇਵੀ ਲਾਲ ਹੋਣੀ ਵੀ ਲੜਦੇ ਰਹੇ, ਬਾਕੀ ਵੀ ਲੀਡਰ ਲੜਦੇ ਰਹੇ। ਔਰ ਅੱਜ ਪਾਣੀ ਦੇ ਮਸਲੇ ਵੀ ਨੇ, ਬਾਕੀ ਮਸਲੇ ਵੀ ਨੇ। ਅੱਜ ਜਿਹੜੀ ਗੱਲ ਹੈ ਕਿ ਐਮਐਸਪੀ ਜਿਹੜੀ ਲਾਗੂ ਕਰਨ ਵਾਲੀ ਗੱਲ ਹੈ, ਉੱਤੇ ਪ੍ਰਧਾਨ ਮੰਤਰੀ ਨੇ ਇੱਕ ਕਮੇਟੀ ਬਣਾ ਕੇ ਆ ਰਹੇ ਹੋ, ਉਹ ਚ ਕਰਨ ਵਾਲੀ ਕਿਹੜੀ ਗੱਲ ਹੈਗੀ ਹੈ? ਤੁਸੀਂ ਸਿੱਧਾ ਕਹੋ ਵੀ ਜਿਹੜੀ ਐਮਐਸਪੀ ਹੈਗੀ ਉਹਨੂੰ ਕਾਨੂੰਨ ਬਣਾਇਆ ਜਾ ਰਿਹਾ, ਖਤਮ ਹੋ ਗਈ ਗੱਲ। ਉਹ ਚ ਕਮੇਟੀ ਦੀ ਲੋੜ ਹੀ ਨਹੀਂ ਹੈ ਸਰ। ਇੰਨਾ ਸੌਖਾ ਕਾਨੂੰਨ ਬਣਾਉਣਾ ਕਿ ਆ ਵੀ ਐਮਐਸਪੀ ਤੇ ਬਣਾ। ਠੀਕ ਹੈ, ਮੈਂ ਦਿਨੇਸ਼ ਇੱਕ ਵਾਰੀ ਵੇਟ ਕਰਿਓ। ਚਲੋ ਮੈਂ ਬਿਆਨ ਲੈ ਲਵਾਂ। ਗਰੇਵਾਲ ਸਾਹਿਬ ਮੁਸਕਰਾ ਵੀ ਰਹੇ ਨੇ। ਗਰੇਵਾਲ ਸਾਹਿਬ ਹਾਂਜੀ, ਮੈਂ ਭੁੱਲਰ ਸਾਹਿਬ ਦੀ ਗੱਲ ਤੇ ਕਿਉਂ ਮੁਸਕਰਾਇਆ ਜੀ? ਇਹ ਕਾਨੂੰਨ ਜਦੋਂ ਆਰਡੀਨੈਂਸ ਆਏ ਨੇ, ਬੀਬਾ ਹਰਸਿਮਰਤ ਕੈਬਨਿਟ ਦਾ ਪਾਰਟ ਸੀ, ਉਹਦਾ ਡਾਈਸੈਂਟ ਨੋਟ ਨਹੀਂ, ਔਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਬੀਬਾ ਹਰਸਿਮਰਤ ਜੀ ਔਰ ਬਾਕੀ ਵੀ ਅਕਾਲੀ ਦਲ ਦੇ ਲੀਡਰ, ਅਸੀਂ ਤਾਂ ਉਸ ਵੇਲੇ ਬੋਲਦੇ ਹੀ ਨਹੀਂ ਸੀ। ਉਸ ਵੇਲੇ ਭੁੱਲਰ ਸਾਹਿਬ ਵੀ ਸਾਡੀ ਪਾਰਟੀ 'ਚ ਸੀ, ਤੇ ਉਸ ਵੇਲੇ ਇਹ ਆ ਕੇ ਟੀਵੀ ਚੈਨਲਾਂ ਤੇ ਕਹਿੰਦੇ ਰਹੇ ਇਹਨਾਂ ਬਿੱਲਾਂ ਦੇ ਜਿਹੜੇ ਆਰਡੀਨੈਂਸ ਸੀ, ਜਿਹੜੇ ਕਾਨੂੰਨ ਬਣਨੇ ਸੀ, ਇਹਨਾਂ ਦੇ ਫਾਇਦੇ ਗਿਣਾਉਂਦੇ ਰਹੇ ਸਾਰਿਆਂ ਨੂੰ। ਅਸੀਂ ਤਾਂ ਗਿਣਾਏ ਨਹੀਂ, ਅਸੀਂ ਤਾਂ ਉਸ ਵੇਲੇ ਆਏ ਹੀ ਨਹੀਂ। ਤੇ ਉਹ ਅੱਜ ਇਹ ਕਹਿੰਦੇ ਆ ਕਿ ਅਸੀਂ ਗਲਤ ਕਾਨੂੰਨ ਬਣਾਤੇ। ਕੋਈ ਕਾਨੂੰਨ ਬਣਵਾਉਣ 'ਚ ਤਾਂ ਤੁਹਾਡੀ ਪਾਰਟੀ ਵੀ ਸੀ ਭਾਈ ਸਾਹਿਬ, ਉਹ ਤਾਂ ਫਾਇਦੇ ਗਿਣਾਉਂਦੇ ਰਹੇ ਆ। ਹੁਣ ਇੰਨਾ ਨਾ ਕਰੋ, ਇਹ ਕਹੋ ਕਿ ਬਾਅਦ 'ਚ ਅਸੀਂ ਬੈਕਆਊਟ ਕਰਕੇ ਬਾਅਦ 'ਚ ਅਸੀਂ ਇੱਕ ਤਰ੍ਹਾਂ ਨਾਲ ਧੋਖਾ ਦੇਤਾ, ਉਹ ਗੱਲ ਕਹਿਣੀ ਚਾਹੀਦੀ ਹੈ, ਮੰਨਣਾ ਚਾਹੀਦਾ। ਭੁੱਲਰ ਸਾਹਿਬ ਜਵਾਬ ਦੇਣਾ ਚਾਹੋਗੇ? ਤੇ ਉਹ ਨਹੀਂ ਕਹਿੰਦਾ ਸਾਡਾ ਗੱਲ ਇਸ ਤਰ੍ਹਾਂ ਹੈਗੀ ਹੈ। ਭੁੱਲਰ ਸਾਹਿਬ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਮੈਂ ਭਾਰਤੀ ਕਿਸਾਨ ਸੰਘ ਦੀ ਮੇਰੇ ਕੋਲ ਜ਼ਿੰਮੇਵਾਰੀ ਸੀ ਪੰਜਾਬ ਦੀ, ਔਰ ਅਸੀਂ ਠੋਕ ਵਜਾ ਕੇ ਜਿੱਦਣ ਇਹ ਕਾਨੂੰਨ ਆਏ ਸੀਗੇ ਪਹਿਲੇ ਦਿਨ ਤੋਂ ਇਹਨਾਂ ਦੇ ਖਿਲਾਫ ਬੋਲਦੇ ਰਹੇ ਹਾਂ ਕਿ ਜੀ ਜਿਹੜੇ 5 ਸੋਧ ਨੇ ਇਹ ਕਰਨੀਆਂ ਚਾਹੀਦੀਆਂ ਨੇ।
ਐਮਐਸਪੀ ਗਰੰਟੀ ਕਰਨੀ ਚਾਹੀਦੀ ਹੈ। ਅਸੀਂ ਇਸ ਗੱਲ ਤੋਂ ਨਹੀਂ ਹਟੇ। ਨਹੀਂ ਸਰ, ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦੇ ਤੌਰ ਤੇ ਅੱਜ ਗੱਲ ਕਰ ਰਹੇ ਹੋ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਜੋ ਐਕਸ਼ਨ ਰਿਐਕਸ਼ਨ ਸੀ ਉਸ ਦੀ ਗੱਲ ਗਰੇਵਾਲ ਸਾਹਿਬ ਕਹਿ ਰਹੇ ਨੇ। ਦੇਖੋ, ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਐਕਸ਼ਨ ਰਿਐਕਸ਼ਨ ਦੀ ਗੱਲ ਹੈ, ਤਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਛੱਡਿਆ। ਭਾਰਤੀ ਜਨਤਾ ਪਾਰਟੀ ਨੂੰ ਅਗਰ ਛੱਡ ਕੇ ਜਿਹੜਾ 9 ਮਾਸ ਦਾ ਰਿਸ਼ਤਾ ਸੀ ਭਾਰਤੀ ਜਨਤਾ ਪਾਰਟੀ ਨਾਲ, ਅਗਰ ਸ਼੍ਰੋਮਣੀ ਅਕਾਲੀ ਦਲ ਨੇ ਛੱਡਿਆ ਤੇ ਇਸੇ ਕਰਕੇ ਛੱਡਿਆ ਨਾ ਜੀ, ਤਾਂ ਹੀ ਬਾਹਰ ਆਏ। ਜੇਕਰ ਉਹਨਾਂ ਨੂੰ ਕਿਸਾਨਾਂ ਦਾ ਦਰਦ ਨਾ ਹੁੰਦਾ, ਕਿਸਾਨਾਂ ਦੇ ਬਾਰੇ ਨਾ ਸੋਚਦੇ, ਤੇ ਉਹ ਬਾਹਰ ਕਿਉਂ ਹੁੰਦੇ? ਇਹਨਾਂ ਸਾਥ ਕਿਉਂ ਛੱਡਦੇ? ਔਰ ਅਸੀਂ ਵੀ ਬਾਹਰ ਕਿਉਂ ਹੁੰਦੇ? ਅਸੀਂ ਕਿਉਂ ਸਾਥ ਛੱਡਦੇ? ਠੀਕ ਹੈ, ਥੋੜਾ ਹੋਲਡ ਇੱਕ ਵਾਰੀ ਕਰੋ ਤੁਸੀਂ। ਮੈਂ ਦਿਨੇਸ਼ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਦਿਨੇਸ਼ ਜੀ, ਆਮ ਆਦਮੀ ਪਾਰਟੀ ਕਿਵੇਂ ਦੇਖਦੀ ਹੈ? ਕੇਜਰੀਵਾਲ ਬਹੁਤ ਦਾਅਵੇ ਕਰਕੇ ਗਏ ਨੇ ਕਿ ਅਸੀਂ ਕਿਸਾਨਾਂ ਦੀ ਬਹੁਤ ਮਦਦ ਕੀਤੀ ਇਸ 1 ਸਾਲ ਦੇ ਦੌਰਾਨ। ਦਿਨ ਦੇ ਵਿੱਚ ਸੁਣ ਰਹੇ ਹੋਣੇ ਸਾਰੇ ਦਰਸ਼ਕ, ਤੇ ਕੇਜਰੀਵਾਲ ਇਹ ਵੀ ਜ਼ਿਕਰ ਕਰਦੇ ਨੇ ਕਿ ਜੋ ਚੀਜ਼ ਦੀ ਜ਼ਰੂਰਤ ਸੀ ਅਸੀਂ ਦਿੱਤੀ, ਅਸੀਂ ਜੇਲ੍ਹਾਂ ਨਹੀਂ ਬਣਨ ਦਿੱਤੀਆਂ, ਥਾਂ ਨਹੀਂ ਦਿੱਤੀ ਆਪਣੇ ਸਟੇਡੀਅਮਸ ਦੀ। 1 ਸਾਲ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਜੋ ਟਾਰਗੇਟ ਲੈ ਕੇ ਚੱਲੇ ਸੀ ਕਿਸਾਨ, ਉਹ ਮਿਲ ਚੁੱਕਿਆ ਜਾਂ ਅਜੇ ਦਿੱਲੀ ਦੂਰ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਸਮੂਹ ਭਾਰਤ ਵਾਸੀਆਂ ਨੂੰ ਇਸ ਜਿੱਤ ਦੀ ਵਧਾਈ ਦੇਣੀ ਬਣਦੀ ਹੈ, ਕਿਉਂਕਿ ਇਸ ਜਿੱਤ ਦੇ ਨਾਲ ਸਿਰਫ ਕਿਸਾਨੀ ਮੰਗਾਂ ਦੀ ਜਿੱਤ ਹੀ ਨਹੀਂ ਹੋਈ ਹੈ, ਸਗੋਂ ਭਾਰਤੀ ਲੋਕਤੰਤਰ ਬਚ ਗਿਆ ਇਸ ਜਿੱਤ ਦੇ ਨਾਲ। ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਤਿੰਨੋਂ ਕਾਲੇ ਕਾਨੂੰਨ ਬਣਾ ਕੇ ਇਹ ਸਰਕਾਰ ਨੇ ਕੰਮ ਕਰਨਾ ਸ਼ੁਰੂ ਕੀਤਾ ਸੀਗਾ, ਉਹ ਲੋਕਤੰਤਰ ਨੂੰ ਖਤਮ ਕਰਨ ਵਾਲੇ ਰਾਹ ਦੇ ਉੱਪਰ ਸਾਡੀ ਸਰਕਾਰ ਚੱਲ ਪਈ ਸੀਗੀ ਕਿ ਜਿਹੜੀ ਮਰਜ਼ੀ ਚੀਜ਼ ਦੇ ਉੱਪਰ ਇਹ ਆਰਡੀਨੈਂਸ ਜਾਰੀ ਕਰ ਦੇਣ, ਚਾਹੇ ਉਹ ਸਟੇਟ ਦੀ ਸੂਚੀ ਦਾ ਸਬਜੈਕਟ ਹੋਵੇ, ਇਹਨਾਂ ਨੂੰ ਕੋਈ ਪਰਵਾਹ ਨਹੀਂ। ਸੋ ਜਿਸ ਸਬਰ ਦੇ ਨਾਲ, ਜਿਸ ਅਨੁਸ਼ਾਸਨ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਨੇ ਸੰਘਰਸ਼ ਲੜਿਆ, ਸਾਰੇ ਕਿਸਾਨਾਂ ਦੀ ਅਗਵਾਈ ਕੀਤੀ, ਜਿਸ ਵੱਡੀ ਗਿਣਤੀ ਪੰਜਾਬੀਆਂ ਦੀ ਸੀਗੀ, ਉਸ ਚੀਜ਼ ਦੀ ਦਾਦ ਦੇਣੀ ਬਣਦੀ ਹੈ। ਕਿਉਂਕਿ ਬਾਰ-ਬਾਰ ਕੇਂਦਰ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਅੰਦੋਲਨ ਨੂੰ ਕੁਰਾਹੇ ਪਾਉਣ ਦੀ। ਕਦੇ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਗਿਆ, ਕਦੇ ਵੱਖਵਾਦੀ ਦੱਸਿਆ ਗਿਆ, ਕਦੇ ਖਾਲਿਸਤਾਨ ਦੀ ਗੱਲ ਕਰਕੇ ਕੁਰਾਹੇ ਪਾਉਣ ਦੀ ਗੱਲ ਕੀਤੀ ਗਈ। ਹੋਰ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਇਸ ਅੰਦੋਲਨ ਨੂੰ ਕੁਰਾਹੇ ਪਾਉਣ ਦੇ ਲਈ ਰਚੀਆਂ ਗਈਆਂ। ਪਰ ਇਸ ਗੱਲ ਦਾ ਇੱਕ ਵਾਰ ਫਿਰ ਤੋਂ ਸੰਯੁਕਤ ਕਿਸਾਨ ਮੋਰਚਾ ਤੇ ਸਾਰੀਆਂ ਕਿਸਾਨ ਜਥੇਬੰਦੀਆਂ, ਸੰਘਰਸ਼ੀਲ ਸਾਥੀ ਵਧਾਈ ਦੇ ਪਾਤਰ ਹੈ ਕਿ ਉਹ ਭਾਰਤੀ ਲੋਕਤੰਤਰ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ। ਕਿਉਂਕਿ ਲੋਕ ਮਤ ਜਿਹੜਾ ਹੈਗਾ, ਲੋਕ ਮਤ ਦੇ ਅਨੁਸਾਰ ਕਾਨੂੰਨ ਬਣਨੇ ਹੁੰਦੇ ਆ। ਜਿਹੜੇ ਡਿਕਟੇਟਰਸ਼ਿਪ ਦੇ ਨਾਲ ਬਣੇ ਸੀਗੇ, ਉੱਥੇ ਲੋਕਾਂ ਨੇ ਦੱਸਤਾ ਕਿ ਲੋਕਤੰਤਰ ਦੇ ਵਿੱਚ ਡਿਕਟੇਟਰਸ਼ਿਪ ਦੇ ਨਾਲ ਬਣੇ ਜਿਹੜੇ ਕਾਨੂੰਨ ਹੈ ਉਹ ਕਦੀ ਸਵੀਕਾਰੇ ਹੀ ਨਹੀਂ ਜਾ ਸਕਦੇ। ਜੇਕਰ ਇਸ ਅੰਦੋਲਨ ਦੇ ਵਿੱਚ ਜਿੱਤ ਨਾ ਹੁੰਦੀ ਤਾਂ ਲੋਕਾਂ ਦਾ ਲੋਕਤੰਤਰ ਦੇ ਵਿੱਚੋਂ ਜਿਹੜਾ ਵਿਸ਼ਵਾਸ ਹੈ ਉਹ ਚੱਕਿਆ ਜਾਣਾ ਸੀ। ਕਿਉਂਕਿ ਜਦੋਂ 1 ਸਾਲ ਪਹਿਲਾਂ ਅਸੀਂ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਆਪਣੇ ਪਿੰਡਾਂ ਤੋਂ ਸਿੰਘੂ ਬਾਰਡਰ ਦੇ ਲਈ ਗਏ ਸੀਗੇ, ਤਾਂ ਜਿਸ ਤਰੀਕੇ ਦੇ ਨਾਲ ਉੱਥੇ ਜਿਹੜੇ ਗੋਲੇ ਗੈਸਾਂ ਦੇ ਛੱਡੇ ਜਾ ਰਹੇ ਸੀਗੇ, ਜਿਸ ਤਰੀਕੇ ਦੇ ਨਾਲ ਫੋਰਸ ਲਾਈ ਹੋਈ ਸੀਗੀ, ਜਿਸ ਤਰੀਕੇ ਦੇ ਨਾਲ ਰਾਹ ਬੰਦ ਕਰ ਦਿੱਤੇ ਗਏ ਸੀਗੇ, ਕਿੱਲਾਂ ਗੱਡੀਆਂ ਗਈਆਂ, ਉਹ ਤੋਂ ਇਹ ਲੱਗਦਾ ਨਹੀਂ ਸੀਗਾ ਕਿ ਇਹ ਸਾਡੀ ਸਰਕਾਰ ਹੈ, ਜਿਸ ਤਰੀਕੇ ਨਾਲ ਸਰਕਾਰ ਦਾ ਰਵੱਈਆ ਸੀਗਾ। ਪਰ ਉਸ ਦੇ ਬਾਵਜੂਦ ਬੜੇ ਅਨੁਸ਼ਾਸਿਤ ਤਰੀਕੇ ਦੇ ਨਾਲ ਕਿਸਾਨਾਂ ਨੇ ਜਿਹੜਾ ਸੰਘਰਸ਼ ਲੜਿਆ। ਅਗਲੀ ਗੱਲ ਹੈ ਜਿਹੜੀ ਐਮਐਸਪੀ ਦੀ। ਐਮਐਸਪੀ ਜਿਹੜਾ ਉਹ ਜ਼ਰੂਰ ਮਿਲਣਾ ਚਾਹੀਦਾ, ਐਮਐਸਪੀ ਦੀ ਗਰੰਟੀ ਜ਼ਰੂਰ ਮਿਲਣੀ ਚਾਹੀਦੀ ਹੈ। ਕਿਉਂਕਿ ਭਾਰਤ ਦੇ ਵਿੱਚ ਜਿਹੜੀ ਵੱਡੀ ਗਿਣਤੀ ਦੇ ਵਿੱਚ ਕਿਸਾਨੀ ਦੇ ਉੱਪਰ ਨਿਰਭਰ ਨੇ ਸਾਡੇ ਨਾਗਰਿਕ, ਕਿਸਾਨੀ ਦੇ ਉੱਪਰ। ਪਰ ਇਹ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਕਿਸਾਨੀ ਦੇ ਉੱਪਰ ਕੋਈ ਚੰਗੇ ਲਾਸ ਜਿਹੜੇ ਨਹੀਂ ਬਣ ਸਕੇ, ਨਾ ਐਮਐਸਪੀ ਦੇ ਰਿਗਾਰਡਿੰਗ, ਨਾ ਹੀ ਮਤਲਬ ਤੁਸੀਂ ਵੀ ਵਕਾਲਤ ਕਰ ਰਹੇ ਹੋ ਇਸ ਚੀਜ਼ ਦੀ ਦਿਨੇਸ਼ ਜੀ ਕਿ ਜੇਕਰ ਐਮਐਸਪੀ ਦੇ ਉੱਤੇ ਗੱਲ ਫਾਈਨਲ ਨਹੀਂ ਹੁੰਦੀ ਤਾਂ ਅੰਦੋਲਨ ਜਾਰੀ ਰਹੇ। ਨਹੀਂ, ਜਿਹੜਾ ਅੰਦੋਲਨ ਜਾਰੀ ਰੱਖਣਾ ਜਾਂ ਅੰਦੋਲਨ ਕਿਸ ਦਿਸ਼ਾ 'ਚ ਲੈ ਕੇ ਜਾਣਾ, ਉਹ ਫੈਸਲਾ ਸੰਯੁਕਤ ਕਿਸਾਨ ਮੋਰਚੇ ਦਾ। ਸਾਡਾ ਤਾਂ ਪਹਿਲੇ ਦਿਨ ਤੋਂ ਇੱਕੋ ਸਟੈਂਡ ਰਿਹਾ ਕਿ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਜੋ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ, ਅਸੀਂ ਪਾਰਟੀ ਦੇ ਝੰਡੇ ਤੋਂ ਬਿਨਾਂ ਉਸ ਆਮ ਪੰਜਾਬੀ ਹੋਣ ਦੇ ਨਾਤੇ ਉਹਦੇ ਵਿੱਚ ਪਾਰਟਿਸਿਪੇਟ ਕਰਨਾ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ। ਹਾਂ, ਪਰ ਇਹ ਗੱਲ ਜ਼ਰੂਰ ਹੈ ਕਿ ਜਿਹੜਾ ਐਮਐਸਪੀ ਹੈ ਉਹ ਮਿਲਣਾ ਚਾਹੀਦਾ। ਐਮਐਸਪੀ ਕਿਸਾਨਾਂ ਦਾ ਹੱਕ ਹੈ। ਸਿਰਫ ਐਮਐਸਪੀ ਦੀ ਗੱਲ ਨਹੀਂ ਹੈ। ਅਸੀਂ ਪੰਜਾਬ ਦੀ ਗੱਲ ਵੀ ਕਰੀਏ, ਕਾਂਗਰਸ ਪਾਰਟੀ ਦੇ ਬੁਲਾਰਾ ਸਾਹਿਬ ਬੈਠੇ ਹੈ, ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲਾਜ਼ ਬਣਨ ਦੀ ਲੋੜ ਹੈ ਖੇਤੀਬਾੜੀ ਨੂੰ ਲੈ ਕੇ। ਅੱਜ ਜੇ ਕਿਸਾਨ ਦੀ ਫਸਲ ਦਾ ਨੁਕਸਾਨ ਹੋ ਜਾਂਦਾ, ਜੇ ਨਰਮੇ ਦਾ ਨੁਕਸਾਨ ਹੋ ਗਿਆ, ਜੇ ਮੱਕੀ ਦਾ ਨੁਕਸਾਨ ਹੋ ਗਿਆ, ਜੇ ਗੰਨੇ ਦਾ ਨੁਕਸਾਨ ਹੋ ਗਿਆ, ਤਾਂ ਗੌਰਵ ਜੀ ਕਿਸਾਨਾਂ ਨੂੰ ਆਪਣਾ ਮੁਆਵਜ਼ਾ ਲੈਣ ਦੇ ਲਈ ਪਹਿਲਾਂ ਸੜਕਾਂ ਤੇ ਧਰਨੇ ਮਾਰਨੇ ਪੈਂਦੇ ਆ। ਥੋੜਾ ਜਿਹਾ ਹੁਣ ਹੋਲਡ ਰੱਖੋ, ਇੱਕ ਵਾਰੀ ਆਪਾਂ ਸਭ ਦਾ ਰਿਐਕਸ਼ਨ ਲੈ ਲਈਏ। ਫਿਰ ਉਹਦੀ ਜਿਹੜੀ ਗਦੌਰੀ ਹੁੰਦੀ ਹੈ, ਫਿਰ ਮੁਆਵਜ਼ਾ ਲੈਣ ਦੇ ਲਈ ਫਿਰ ਸੰਘਰਸ਼ ਕਰਨਾ ਪੈਂਦਾ, ਫਿਰ ਧਰਨੇ ਮਾਰਨੇ ਪੈਂਦੇ ਆ। ਨਹੀਂ, ਮੁੱਖ ਮੰਤਰੀ ਤਾਂ ਕਹਿ ਰਹੇ ਨੇ, ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਕਿ ਅਸੀਂ ਦੇ ਰਹੇ ਹਾਂ ਮੁਆਵਜ਼ਾ। 12 ਤੋਂ 17,000 ਕਰ ਦਿੱਤਾ। ਕਿਸਾਨਾਂ ਦੇ ਨਾਲ ਬੈਠ ਕੇ ਉਹਨਾਂ ਨੇ ਗੱਲਬਾਤ ਕੀਤੀ ਹੈ। ਦਿਨੇਸ਼ ਜੀ, ਹਾਂਜੀ, ਮੁੱਖ ਮੰਤਰੀ ਤਾਂ ਕਹਿ ਰਹੇ ਕਿ ਅਸੀਂ ਮੁਆਵਜ਼ਾ ਦੇ ਰਹੇ ਹਾਂ, 12 ਤੋਂ 17,000 ਕਰ ਦਿੱਤਾ ਕਿਸਾਨਾਂ ਦੇ ਨਾਲ ਬੈਠ ਕੇ। ਮੇਰਾ ਪੁਆਇੰਟ ਗੌਰਵ ਜੀ ਹੈ ਕਿ ਪਹਿਲੀ ਗੱਲ ਤਾਂ
ਜਿਹੜਾ ਨੁਕਸਾਨ ਹੋਇਆ ਉਹਦੀ ਜੀ। ਗਦੌਰੀ ਕਰਾਉਣ ਦੇ ਲਈ ਚਾਹੇ ਪਿਛਲੀ ਸਰਕਾਰ 'ਚ ਚਾਹੇ ਹੋਣ ਵਾਲੀ ਸਰਕਾਰ 'ਚ ਧਰਨੇ ਮਾਰਨੇ ਪਏ ਜਾਂ ਨਹੀਂ ਮਾਰਨੇ ਪਏ, ਸੜਕਾਂ ਚਲੋ ਤੇ ਮੈਂ- ਆਉਣਾ ਪਿਆ ਜਾਂ ਨਹੀਂ ਮਾਰਨਾ ਪਿਆ, ਮੈਂ ਜਵਾਬ ਲੈ ਲਵਾਂ ਕਿਉਂਕਿ ਹਾਲਾਂਕਿ ਪੂਰਾ ਮੁੱਦਾ ਹੋਰ ਪਾਸੇ ਚਲਾ ਜਾਏਗਾ, ਪਰ ਕਿਸਾਨਾਂ ਨਾਲ ਜੁੜਿਆ ਹੋਇਆ ਹੈ, ਇਸ ਕਰਕੇ ਜ਼ਰੂਰੀ ਹੈ। 5000 8000 ਕਮਲਜੀਤ ਜੀ ਦਾ ਬਿਆਨ ਇਸ ਕਰਕੇ ਜ਼ਰੂਰੀ ਹੈ। ਮੁਆਵਜ਼ਾ ਨਹੀਂ। ਕਮਲਜੀਤ ਬਰਾੜ ਜੀ, ਦੇਖੋ ਮੈਂ ਪਹਿਲਾਂ ਕਹਿ ਰਿਹਾ ਕਿ ਡੀਰੀਅਲ ਨਹੀਂ ਹੋ ਰਿਹਾ, ਬੇਸ਼ੱਕ ਮੁੱਦਾ ਹੋ ਰਿਹਾ, ਪਰ ਹੈ ਕਿਸਾਨਾਂ ਦੇ ਨਾਲ ਜੁੜਿਆ ਹੋਇਆ। ਕਿ ਆਪਾਂ ਗੱਲ ਕਰਦੇ ਹਾਂ ਖੇਤੀ ਕਾਨੂੰਨਾਂ ਦੀ ਜਾਂ ਸੈਂਟਰ ਵਾਲੇ ਪਾਸੇ ਤੋਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਪੰਜਾਬ 'ਚ ਕੀ ਹੋ ਰਿਹਾ ਹੈ, ਇੱਥੇ ਮੁਆਵਜ਼ਾ ਜਾਂ ਫਿਰ ਜੋ ਗਿਰਦੌਰੀ ਤੋਂ ਬਾਅਦ ਹੱਕ ਹੈ ਕਿਸਾਨਾਂ ਦਾ, ਉਸ ਦੇ ਲਈ ਧਰਨੇ ਕਰਨੇ ਪੈਂਦੇ ਨੇ, ਧਰਨੇ ਲਗਾਉਣੇ ਪੈਂਦੇ ਨੇ ਕਿਸਾਨਾਂ ਨੂੰ। ਕੋਈ ਹੋਰ ਰਾਜਨੀਤਿਕ ਪਾਰਟੀ ਤਾਂ ਬੋਲੇ ਯਾਰ, ਜਿਨ੍ਹਾਂ ਨੇ ਦਿੱਲੀ ਦੇ ਵਿੱਚ ਬਿੱਲ ਲਾਗੂ ਕੀਤੇ ਹੋਏ ਆ, ਉਹ ਕਿਉਂ ਗੱਲ ਕਰਦੇ ਆ ਕਿਸਾਨਾਂ ਦੇ ਹੱਕ ਦੀ? ਉਹਨਾਂ ਨੂੰ ਕੀ ਅਧਿਕਾਰ ਹੈ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਦਾ? ਵਿਧਾਨ ਸਭਾ ਦਿੱਲੀ ਪਹੁੰਚ ਜਾਂਦੇ ਵਿੱਚ ਨਾ ਬੋਲੋ ਮੁੱਦੇ ਦਾ ਜਵਾਬ ਦਿਓ। ਜਿਹੜਾ ਸਵਾਲ ਪੁੱਛਿਆ ਸਵਾਲ ਦਾ ਜਵਾਬ ਦਿਓ। ਤੂੰ ਐਂਕਰ ਨਹੀਂ ਹੈਗਾ ਬਾਈ, ਤੁਸੀਂ ਐਂਕਰ ਨਹੀਂ ਹੈਗੇ। ਐਂਕਰ ਹੈ ਭਾਈ, ਜੇ ਤੂੰ ਤੜਕਦੇ ਆਣਾ ਤਾਂ ਤੂੰ ਕਿਹੜੇ ਇੱਕ ਇੱਕ ਕਰਕੇ ਸਰ ਹੋਲਡ ਕਰ ਲਓ ਨਾ, ਇੱਕ ਇੱਕ ਕਰਕੇ, ਬੜਾ ਆਪਾਂ ਪੇਸ਼ੈਂਸ ਦੇ ਨਾਲ ਗੱਲਬਾਤ ਸੁਣ ਰਹੇ ਹਾਂ ਸਰ ਜੀ। ਮੁੱਦੇ ਦਾ ਜਵਾਬ ਦੇ। ਨਹੀਂ ਬੋਲਦੇ ਬਾਈ, ਅਸੀਂ ਸੁਣਨਾ ਸਿੱਖੋ। ਜਵਾਬ ਲੈ ਲੈਣਾ ਠੀਕ ਹੈ ਕਮਲਜੀਤ ਜੀ, ਤੁਸੀਂ ਕੰਪਲੀਟ ਕਰੋ। ਕਮਲਜੀਤ ਜੀ ਝੂਠ ਸੁਣਿਆ ਨਾ ਅਸੀਂ, ਠੀਕ ਹੈ ਠੀਕ ਹੈ, ਝੂਠ ਸੁਣਿਆ ਨਾ ਅਸੀਂ। ਕਿਹੜਾ ਝੂਠ ਸੁਣਿਆ? ਮੈਂ ਕਿਸਾਨਾਂ ਦੇ ਮੁਆਵਜ਼ੇ ਦੀ ਗੱਲ ਕੀਤੀ ਹੈ, ਮੁਆਵਜ਼ੇ ਦਾ ਜਵਾਬ ਦੇ ਦਿਓ। ਇਹਦੇ ਤੇ ਆਪ ਤੂੰ ਤੜਕਦੇ ਆਣ ਦਾ ਕਿਉਂ ਹੋਇਆ? ਵਿੱਚ ਨਹੀਂ ਬੋਲਣਾ, ਡਰਾ ਲੋਗੇ ਮੁਆਵਜ਼ੇ ਦੀ ਗੱਲ, ਦਬਾ ਲੋਗੇ ਮੁਆਵਜ਼ੇ ਦੀ ਗੱਲ ਨੂੰ। ਵਿੱਚ ਨਹੀਂ ਬੋਲਣਾ, ਵਿੱਚ ਨਹੀਂ ਬੋਲਣਾ ਦੀ ਗੱਲ ਦੇ। ਹਾਂ ਫਿਰ ਜਿਹੜਾ ਬਣਦੀ ਗੱਲ ਉਹ ਰੱਖੋ, ਇਹ ਤਰੀਕੇ ਨਾਲ ਗੱਲ ਰੱਖੋ ਕਿ ਤੂੰ ਤੜਕ ਦੀ ਬੋਲ ਕੇ ਕੋਈ ਜਿਹੜਾ ਬੈਠਦਾ ਗੱਲ ਲਈ ਬੈਠਦਾ, ਡਰ ਲਈ ਨਹੀਂ ਬੈਠਦਾ। ਥੋੜਾ ਜਿਹਾ ਹੋਲਡ ਕਰੋ, ਗੱਲ ਸਮਝ ਆਵੇ ਲੋਕਾਂ ਨੂੰ ਨਾ, ਫਿਰ ਇਹ ਬਣਦਾ ਜਵਾਬ ਹੈ ਉਹ ਦਿਓ। अब दे रहे ना सर, थोड़ा जिहा दिनेश जी थोड़ा जिहा इंतजार करो, थोड़ा जिहा इंतजार करो। ठीक है कमल जी कंप्लीट करो तुसी, नहीं बराड़ साहब कंप्लीट करो तुसी। ਜਿਹੜੀ ਸਰਕਾਰ ਨੇ ਦਿੱਲੀ ਦੇ ਵਿੱਚ ਬਿੱਲ ਲਾਗੂ ਕੀਤੇ ਹੋਏ ਆ, ਉਹਨਾਂ ਨੂੰ ਕੋਈ ਅਧਿਕਾਰ ਨਹੀਂ ਬਿੱਲਾਂ ਦੇ ਉੱਤੇ ਹਮਾਇਤਾਂ ਦਿੱਤਾਉਣ ਦਾ ਕਿਸਾਨਾਂ ਦੇ ਹੱਕ ਦੇ ਵਿੱਚ। ਦੂਜੀ ਗੱਲ, ਕਿਸਾਨੀ ਸੂਬੇ ਆ ਕੀ ਯਾਰ ਕਰੀ ਜਾਂਦੇ ਹੋ ਤੁਸੀਂ। ਬਰਾੜ ਸਾਹਿਬ ਦੂਜੀ ਗੱਲ ਇਹ ਆ ਕਿ ਅਸੀਂ ਬਿੱਲਾਂ ਦੇ ਖਿਲਾਫ, ਅਸੀਂ ਵਿਧਾਨ ਸਭਾ ਦੇ ਵਿੱਚ ਬਿੱਲਾਂ ਦੇ ਖਿਲਾਫ ਮਤਾ ਲੈ ਕੇ ਆਏ ਆ। ਤੁਸੀਂ ਤੁਹਾਡੇ ਕੇਜਰੀਵਾਲ ਨੇ ਸਿਰਫ ਐਂ ਕਾਗਜ਼ ਪਾੜਿਆ ਏ, ਕਾਗਜ਼ ਪਾੜਨਾ ਬਿੱਲ ਮੁੜ ਜਾਂਦੇ ਵਾਪਸ, ਬਿੱਲ ਵਾਪਸੀ ਹੋ ਜਾਂਦੀ ਕਾਗਜ਼ ਪਾੜਨ ਨਾਲ। ਮੈਨੂੰ ਇਹ ਗੱਲ ਸਮਝਾ ਦਿਓ। ਇਹ ਝੂਠੇ ਵਾਲੇ, ਇਹ ਤਾਂ ਬੀਜੇਪੀ ਦੀ ਬੀ ਟੀਮ ਹੈ ਜੀ, ਆਰਐਸਐਸ ਦੀ ਬੀ ਟੀਮ ਹੈ ਜਿਹੜੀ ਇਹ ਗੱਲਾਂ ਕਰ ਰਹੇ ਆ। ਇਹਨਾਂ ਨੂੰ ਖੁਦ ਨੂੰ ਪਤਾ ਨਹੀਂ ਹੋਣਾ ਇਸ ਗੱਲ ਦਾ। ठीक है दिनेश जी छोटा जिहा जवाब दे। पुलर साहब भी कुछ कहना चाह रहे हैं। दिनेश जी छोटा जिहा आंसर जवाब दे देना। ਇਹ ਤਾਂ ਆਪ ਮੰਨਦੇ ਨੇ, ਬਰਾੜ ਸਾਹਿਬ ਵੀ ਮੰਨਦੇ ਆ, ਇਹਨਾਂ ਦੇ ਪ੍ਰਧਾਨ ਵੀ ਮੰਨਦੇ ਆ ਕਿ ਇਹਨਾਂ ਦੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ 4.5 ਸਾਲ ਬੀਜੇਪੀ ਦੇ ਨਾਲ ਰਲ ਕੇ ਕੰਮ ਕਰਦੇ ਰਹੇ। ਮੰਨਦੇ ਆ ਜਾਂ ਨਹੀਂ ਮੰਨਦੇ ਆ? ਇਹ ਹੁਣ ਆਪ ਕੈਪਟਨ ਸਾਹਿਬ ਤੇ ਆਰੋਪ ਲਾਉਂਦੇ ਆ। ਸੋ ਕਾਂਗਰਸ ਪਾਰਟੀ ਜਿਨ੍ਹਾਂ ਦਾ ਆਪਣਾ ਮੁੱਖ ਮੰਤਰੀ 4.5 ਸਾਲ ਬੀਜੇਪੀ ਦੇ ਨਾਲ ਮਿਲਿਆ ਰਿਹਾ, ਉਹਨਾਂ ਨੂੰ ਬੋਲਣ ਦਾ ਕੀ ਹੱਕ ਹੈ? ਦੂਜੀ ਗੱਲ, ਮੈਂ ਇਹਨਾਂ ਨਾਲ ਕੋਈ ਬਹੁਤੀ ਤਿੱਖੀ ਪਾਰਟੀ ਵਜ ਦੀ ਗੱਲ ਨਹੀਂ, ਮੈਂ ਇੱਕ ਸਹੀ ਮੁੱਦਾ ਰੱਖਿਆ ਸੀਗਾ। ਅੱਜ ਇਹ ਦੱਸ ਦੇਣ ਕਿ ਕਿਸਾਨਾਂ ਦੇ ਮੁਆਵਜ਼ੇ ਨੂੰ ਲੈ ਕੇ ਪੰਜਾਬ ਦੀ ਵਿਧਾਨ ਸਭਾ 'ਚ ਕਾਨੂੰਨ ਬਣਨਾ ਚਾਹੀਦਾ ਜਾਂ ਨਹੀਂ ਬਣਨਾ ਚਾਹੀਦਾ। ਉਹ ਸਹੀ ਮੁੱਦੇ ਦਾ ਜਵਾਬ ਦੇਣ ਦੀ ਬਜਾਏ ਇਹ ਟੀਵੀ ਤੇ ਬੈਠ ਕੇ ਤੂੰ ਤੜਕ ਕਰ ਰਹੇ ਆ। ਤੂੰ ਤੜਕ ਕਰਨ ਦੇ ਨਾਲ ਕੀ ਉਸ ਮਸਲੇ ਦਾ ਹੱਲ ਹੋ ਜਾਏਗਾ? ਇਹ ਤਾਂ ਆਪ ਮੰਨਦੇ ਆ ਕਿ ਇਹ ਸਾਨੂੰ ਕਹਿੰਦੇ ਬੀ ਟੀਮ, ਇਹਨਾਂ ਦਾ ਬਣਾਇਆ ਹੋਇਆ ਮੁੱਖ ਮੰਤਰੀ ਦਾ 4.5 ਸਾਲ, ਇਹਨਾਂ ਦਾ ਪ੍ਰਧਾਨ ਵੀ ਮੰਨਦਾ, ਬਰਾੜ ਸਾਹਿਬ ਆਪ ਵੀ ਠੀਕ ਹੈ। ਬਰਾੜ ਜੀ ਜਵਾਬ ਦੇ ਦਿਓ। ਠੀਕ ਹੈ, ਗੱਲ ਆ ਗਈ ਤੁਹਾਡੀ ਸਰ, ਪੁਆਇੰਟ ਆ ਗਿਆ ਆਪਣੇ ਕੋਲ, ਸਮਾਂ ਪੂਰਾ ਹੈ। ਗੌਰਵ ਜੀ ਇਸੇ ਕਰਕੇ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਹੈ ਉਹ ਸਿੰਘੂ ਬਾਰਡਰ ਤੇ ਨਹੀਂ ਪੁੱਜਿਆ ਇੱਕ ਵਾਰ, ਇਸੇ ਕਰਕੇ ਉਹਨੇ ਕਿਸਾਨ ਸੰਘਰਸ਼ ਦੀ ਅਗਵਾਈ ਨਹੀਂ ਕੀਤੀ। ਸੋ ਜਿਨ੍ਹਾਂ ਦੀ ਸਰਕਾਰ ਕਾਂਗਰਸ ਦੀ 4.5 ਸਾਲ ਬੀਜੇਪੀ ਨਾਲ ਮਿਲ ਕੇ ਚੱਲੀ ਹੈ, ਇਹ ਆਪ ਮੰਨਦੇ ਨੇ। ਠੀਕ ਹੈ ਸਰ, ਜਵਾਬ ਲੈ ਲੈਣ ਦੋ ਨਾ। ਇੱਕੋ ਗੱਲ ਹੈ ਸਰ ਤੁਹਾਡੀ, ਉਸ ਦੇ ਉੱਪਰ ਪੁਆਇੰਟ ਜ਼ਰੂਰੀ ਹੈ ਜਵਾਬ ਲੈਣਾ। ਪੁੱਲਰ ਸਾਹਿਬ ਮੈਂ ਤੁਹਾਡੇ ਕੋਲ ਆ ਰਿਹਾ। ਕਮਲਜੀਤ ਜੀ ਗੌਰਵ ਜੀ ਮੈਂ ਦੱਸਦਾ, ਪੰਜਾਬ ਦੇ ਵਿੱਚ ਇਹ ਘੋੜ ਜਿਹੜਾ 5 ਜੂਨ ਨੂੰ ਬਿੱਲ ਆਉਂਦੇ ਆ ਪਾਰਲੀਮੈਂਟ ਦੇ ਵਿੱਚ, 27 ਜੁਲਾਈ ਨੂੰ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਵਾਲੇ ਘੋੜ ਸ਼ੁਰੂ ਹੋਇਆ। 4 ਮਹੀਨੇ ਘੋੜ ਪੰਜਾਬ 'ਚ ਚੱਲਿਆ। ਸਾਡੀ ਸਰਕਾਰ ਕਰਕੇ ਅਸੀਂ ਕਿਸਾਨਾਂ ਦੀ ਹਮਾਇਤ ਕੀਤੀ ਹੈ, ਕਿਸੇ ਕਿਸਾਨ ਨੂੰ ਕੋਈ ਨਹੀਂ ਕਿਹਾ। ਜਦੋਂ ਇਹ ਕਿਸਾਨ ਦਿੱਲੀ ਚਲੇ ਗਏ, ਇਹਨਾਂ ਨੇ ਬਰਾੜੀ ਦੇ ਮੈਦਾਨ ਦੇ ਵਿੱਚ ਸਾਰੇ ਕਿਸਾਨਾਂ ਨੂੰ ਡੱਕਣ ਲਈ ਆਮ ਆਦਮੀ ਪਾਰਟੀ ਨੇ ਸਟੇਡੀਅਮਾਂ ਦੀ ਗੱਲ ਕਰਦੇ ਆ ਕਿ ਸਟੇਡੀਅਮ ਅਸੀਂ ਜੇਲ੍ਹ ਨਹੀਂ ਬਣ ਦਿੱਤੇ। ਬਰਾੜੀ ਦਾ ਮੈਦਾਨ ਦਿੱਲੀ ਸਰਕਾਰ ਦੇ ਅੰਡਰ ਆ। ਇਹਨਾਂ ਨੇ ਜੇਲ੍ਹ ਬਣਾਈ ਸਭ ਤੋਂ ਵੱਡੀ, ਉੱਥੇ ਸਾਰਾ ਪੰਜਾਬ, ਸਾਰੀ ਯੂਪੀ, ਸਾਰਾ ਹਰਿਆਣਾ। ਬਿਲਕੁਲ ਰਵਿੰਦਰ ਕੇਜਰੀਵਾਲ ਜੀ ਨੇ ਜਿਹੜਾ ਲੈਟਰ ਕੇਂਦਰ ਸਰਕਾਰ ਦਾ ਆਇਆ ਉਹ ਪਾੜ ਕੇ ਗਿਆ ਕਿ ਅਸੀਂ ਕਿਸਾਨਾਂ ਲਈ ਜੇਲ੍ਹ ਨਹੀਂ ਬਣਾਣੀ। ਤੁਸੀਂ ਬਰਾੜ ਸਾਹਿਬ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਤੁਹਾਡਾ ਮੁੱਖ ਮੰਤਰੀ 4.5 ਸਾਲ ਬੀਜੇਪੀ ਨਾਲ ਮਿਲ ਕੇ ਚੱਲਿਆ ਜਾਂ ਨਹੀਂ ਚੱਲਿਆ? ਇਸ ਸਵਾਲ ਦਾ ਜਵਾਬ ਦੇ ਦਿਓ। ਤੁਹਾਡਾ ਮੁੱਖ ਮੰਤਰੀ 4.5 ਸਾਲ ਬੀਜੇਪੀ ਨਾਲ ਮਿਲ ਕੇ ਚੱਲਿਆ ਜਾਂ ਨਹੀਂ ਚੱਲਿਆ? ਇਸ ਗੱਲ ਦਾ ਜਵਾਬ ਦਿਓ ਪਹਿਲਾਂ। ਤੁਹਾਡਾ ਮੁੱਖ ਮੰਤਰੀ 4.5 ਸਾਲ ਬੀਜੇਪੀ ਨਾਲ ਮਿਲ ਕੇ ਚੱਲਿਆ ਜਾਂ ਨਹੀਂ ਚੱਲਿਆ?
ਇਸ ਗੱਲ ਦਾ ਹਾਂ ਜਾਂ ਨਾ ਜਵਾਬ ਦੇ ਦਿਓ। ਤੁਹਾਡਾ ਮੁੱਖ ਮੰਤਰੀ ਵਿਕਰਮ ਮਜੀਠੀਆ ਨੂੰ ਚੋਰ ਠੱਗ ਤਸਕਰ ਕਹਿ ਕੇ ਮਾਫੀ ਮੰਗ ਕੇ ਆਪਣੀ ਗੱਲ ਦਾ ਜਵਾਬ ਤਾਂ ਦਿਓ ਨਾ। ਲੜਨਾ ਚਾਹੀਦਾ 4.5 ਸਾਲ ਤੁਹਾਡਾ ਕੈਪਟਨ ਅਮਰਿੰਦਰ ਸਿੰਘ ਤੁਹਾਡਾ ਮੁੱਖ ਮੰਤਰੀ ਇੱਕ ਇੱਕ ਕਰਕੇ ਸਰ ਇੱਕ ਇੱਕ ਕਰਕੇ ਸਰ ਸਮਝ ਆਵੇ ਐਵੇਂ ਕਰਾ ਕੇ ਕਿਸੇ ਹੋਰ ਨੂੰ ਹੀ ਕਰ ਲਓ ਤੁਸੀਂ। ਠੀਕ ਹੈ ਪਹਿਲਾਂ ਕਾਲੇ ਕਾਨੂੰਨ ਦਾ ਖਰੜਾ ਕਮਲ ਜੀ ਫਿਰ ਸਮਝ ਨਹੀਂ ਆਉਂਦੀ ਨਾ। ਦੇਖੋ ਬਾਕੀ ਮਹਿਮਾਨਾਂ ਤੱਕ ਨਹੀਂ ਗੱਲ ਪਹੁੰਚ ਰਹੀ, ਦਰਸ਼ਕਾਂ ਤੱਕ ਕਿੱਥੇ ਪਹੁੰਚ ਰਹੀ ਹੋਏਗੀ। ਦਿਨੇਸ਼ ਜੀ ਤੁਸੀਂ ਦੋਵੇਂ ਇੱਕ ਵਾਰੀ ਥੋੜਾ ਜਿਹਾ ਹੋਲਡ ਕਰੋ, ਮੈਂ ਸਭ ਨੂੰ ਬਾਕੀਆਂ ਨੂੰ ਐਡ ਕਰਾਂ। ਪੁੱਲਰ ਸਾਹਿਬ ਕੁਝ ਕਹਿਣਾ ਜਾ ਰਹੇ ਨੇ। ਠੀਕ ਹੈ ਜੰਗਵੀਰ ਜੀ ਥੋੜਾ ਜਿਹਾ ਇੰਤਜ਼ਾਰ ਕਰਿਓ। ਪੁੱਲਰ ਸਾਹਿਬ ਹਰਜੀਤ ਪੁੱਲਰ ਜੀ ਆਵਾਜ਼ ਆ ਰਹੀ ਹੈ ਮੇਰੀ? ਹਾਂਜੀ ਹਾਂਜੀ ਆ ਰਹੀ ਹੈ ਜੀ। ਤੁਸੀਂ ਕੁਝ ਕਹਿਣਾ ਵੀ ਚਾਹ ਰਹੇ ਸੀ ਇਸ ਵਿਚਾਲੇ? ਮੁਸਕਰਾ ਤਾਂ ਬਹੁਤ ਦੇਰ ਤੋਂ ਗਰੇਵਾਲ ਸਾਹਿਬ ਵੀ ਰਹੇ ਨੇ। ਸ਼ੁਕਲਾ ਜੀ ਗੱਲ ਇਸ ਤਰ੍ਹਾਂ ਹੈਗੀ ਹੈ, ਥੋੜਾ ਜਿਹਾ ਜਿਹੜੇ ਵੀ ਪੈਨਲ ਦੇ ਉੱਤੇ ਆਉਂਦੇ ਨੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਡਿਬੇਟ ਨੂੰ ਕਿਸ ਤਰ੍ਹਾਂ ਚਲਾਉਣਾ ਹੈ। ਔਰ ਮੈਨੂੰ ਇਹ ਲੱਗਦਾ ਹੈ ਵੀ ਜਿਹੜੀ ਇਹ ਇੱਕ ਦਿਨ ਤੋਮਤ ਦਿੰਦੇ ਵੀ ਉਹ A ਟੀਮ ਸੀ ਉਹ B ਟੀਮ ਸੀ, A ਔਰ B ਟੀਮ ਤੇ ਆਪਸ ਵਿੱਚ ਰਲ ਕੇ ਖੇਡ ਰਹੇ ਨੇ। ਇਹਨਾਂ ਦੇ MLA ਟੂਰਿਜ਼ਮ ਕਰਨ ਕਦੀ ਕਾਂਗਰਸ ਚ ਆ ਜਾਂਦੇ ਆ, ਕਦੀ ਕਾਂਗਰਸ ਉਧਰ ਚਲੇ ਜਾਂਦੇ ਆ, ਔਰ ਅੱਜ ਦੋਨੋਂ ਰਲ ਮਿਲ ਕੇ ਚੱਲ ਰਿਹਾ ਹੈ। ਔਰ ਮੈਨੂੰ ਲੱਗਦਾ ਜਦੋਂ ਇਲੈਕਸ਼ਨ ਨੇੜੇ ਆਉਣੀ ਹੈ ਇੱਕੋ ਪਾਰਟੀ ਲੜਨੀ ਹੈ, ਆਮ ਆਦਮੀ ਪਾਰਟੀ ਕਾਂਗਰਸ। ਇਸ ਕਰਕੇ ਥੋੜਾ ਜਿਹਾ ਇਹਨਾਂ ਨੂੰ ਇਹ ਕਹੋ ਕਿ ਬਾਕੀ ਜੋ ਪੈਨਲ ਚ ਆਉਂਦੇ ਹੋ ਤੁਸੀਂ ਪੈਨਲ ਚ ਘੱਟੋ ਘੱਟ ਪੈਨਲ ਦਾ ਲਿਹਾਜ਼ ਤੇ ਰੱਖੋ, ਤੁਸੀਂ ਥੋੜਾ ਬਹੁਤ ਇੱਜ਼ਤ ਤੇ ਰੱਖੋ। ਤੁਸੀਂ ਆਪਸ ਵਿੱਚ ਬਹਿਸਬਾਜ਼ੀ ਕਰਕੇ ਔਰ ਉਹਨੂੰ ਸਾਰਾ ਖਰਾਬ ਕਰਕੇ ਚਲੇ ਜਾਂਦੇ। ਲੋਕ ਸੁਣਨ ਨੂੰ ਬੈਠੇ ਨੇ। ਦੇਖੋ ਇਸ ਤਰ੍ਹਾਂ ਹੈਗਾ ਹੈ ਕਿ ਇੱਕ ਦਾ ਮੁੱਖ ਮੰਤਰੀ ਆਪਣੇ MLA ਦੀ ਗਾਰੰਟੀ ਨਹੀਂ ਦੇ ਸਕਦਾ, ਔਰ ਦੂਜੇ ਦਾ ਮੁੱਖ ਮੰਤਰੀ ਜਿਹੜਾ ਹੈਗਾ ਜਿਹਦੇ ਤੇ ਅੱਜ ਉਹਨੇ ਆਪਣੇ ਹੀ MLA ਆਪਣੇ ਮੰਤਰੀ ਆਪਣੇ ਵਰਕਰ ਤੋਂਤਾ ਲਾਉਂਦੇ ਨੇ, ਜਿਹਨੇ 4.5 ਸਾਲ ਤੱਕ ਰਾਜ ਕੀਤਾ ਪੰਜਾਬ ਦੇ ਵਿੱਚ, ਕਿ ਜੀ ਉਹ ਜਿਹੜਾ ਸੀ ਉਹਨੇ ਕੀਤਾ ਕੱਖ ਨਹੀਂ। ਔਰ ਅੱਜ ਜਿਹੜਾ ਮੁੱਖ ਮੰਤਰੀ ਉਹਦੇ ਆਪਣੇ ਪ੍ਰਧਾਨ ਤੋਂਤਾ ਲਾਉਂਦੇ ਨੇ। ਅਗਰ ਕੋਈ ਵੀ ਐਲਾਨ ਕਰਦਾ ਅਗਲੇ ਦਿਨ ਉਹਨੂੰ ਕਿੰਡਮ ਕਰ ਦਿੰਦੇ ਆ ਵੀ 1000 ਰੁਪਏ ਦੀ ਰੇਤਾ ਨਹੀਂ ਕੀਤੀ ਜੀ, 100 ਰੁਪਏ ਦੀ ਜਿਹੜੀ ਕੇਬਲ ਨਹੀਂ ਹੋ ਸਕਦੀ ਜੀ। ਔਰ ਅਗਰ ਕੋਈ ਜਿਹੜਾ ਹੈਗਾ ਰਿਪੋਰਟਾਂ ਨਾ ਖੁੱਲੀਆਂ ਮੈਂ ਮਨਵਰਤ ਰੱਖੂੰਗਾ ਜੀ। ਮਤਲਬ ਆਪਸ ਦੇ ਵਿੱਚ ਹੀ ਕੰਟਰਡਿਕਸ਼ਨ ਕਰਕੇ ਜਨਤਾ ਨੂੰ ਐਸਾ ਉਲਝਾਇਆ ਹੋਇਆ ਪੰਜਾਬ ਦੀ ਉਹਨਾਂ ਨੇ, ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਹੈ, ਵੀ ਦੂਸਰਾ ਕੋਈ ਜਿਹੜੀ ਆਪੋਜੀਸ਼ਨ ਹੈ ਕੋਈ ਬੋਲੇ ਹੀ ਨਾ ਇਹਨਾਂ ਦੇ ਖਿਲਾਫ। ਚਲੋ ਠੀਕ ਹੈ। ਔਰ ਜੇ ਕਿਤੇ ਡਿਬੇਟ ਹੁੰਦੀ ਹੈ ਡਿਬੇਟ ਦੇ ਵਿੱਚ ਇਹੀ ਕਰਦੇ ਨੇ। ਚਲੋ ਇੱਕ ਕਮੈਂਟ ਲੈ ਲੈਣ ਦੋ ਛੋਟਾ ਜਿਹਾ, ਉਸ ਤੋਂ ਬਾਅਦ ਮੈਂ ਗਰੇਵਾਲ ਸਾਹਿਬ ਦਾ ਰੁਖ ਕਰਦਾ। ਕਮਲ ਜੀ ਕਿ ਆਮ ਆਦਮੀ ਪਾਰਟੀ ਆਪਣੇ MLA ਦੀ ਗਾਰੰਟੀ ਦੇ ਦੇਵੇ। ਠੀਕ ਹੈ। ਔਰ ਕਾਂਗਰਸ ਜਿਹੜੀ ਹੈਗੀ ਹੈ ਆਪਣੇ ਮੁੱਖ ਮੰਤਰੀ ਦੇ ਲਾਰੇ ਲੱਪੇ ਨੇ, ਉਹਨਾਂ ਉੱਤੇ ਆਪਣੇ ਪ੍ਰਧਾਨ ਦੀ ਗਾਰੰਟੀ ਤਾਂ ਲੋਕਾਂ ਨੂੰ ਉਹਨਾਂ ਦੇ ਕੰਮ ਦੀ ਮਿਲ ਜਾਏ, ਉਹਨਾਂ ਨੂੰ ਕੋਈ ਮਤਲਬ ਨਹੀਂ MLA ਦੀ ਗਾਰੰਟੀ ਜਾਂ ਕਿਸੇ ਹੋਰ ਦੀ ਗਾਰੰਟੀ। ਲੋਕਾਂ ਨੂੰ ਗਾਰੰਟੀ ਮਿਲ ਜੇ ਕਿ ਉਹਨਾਂ ਦੇ ਕੰਮ ਹੋਣਗੇ, ਕਿਸਾਨਾਂ ਨੂੰ ਗਾਰੰਟੀ ਮਿਲ ਜਾਵੇ, MSP ਦੀ ਕੋਈ ਦਿੱਕਤ ਨਹੀਂ, ਫਿਰ ਤਾਂ ਗੱਲ ਖਤਮ ਹੋ ਗਈ। ਫਿਰ ਤਾਂ ਅੰਦੋਲਨ ਸਿਰੇ ਲੱਗ ਗਿਆ। ਕਮਲਜੀਤ ਬਰਾੜ ਜੀ ਇੱਕ ਸੈਕਿੰਡ, ਕਮਲਜੀਤ ਬਰਾੜ ਜੀ ਠੀਕ ਹੈ। ਆਮ ਆਦਮੀ ਪਾਰਟੀ ਦੇ ਨਾਂ ਤੇ ਭੇਜੇ ਸੀਗੇ। ਕਮਲਜੀਤ ਜੀ ਛੋਟਾ ਜਿਹਾ ਕਮੈਂਟ ਸਰ 20 ਸੈਕਿੰਡ ਪਲੀਜ਼। ਪਹਿਲਾਂ ਤਾਂ ਜਿਹੜਾ ਬੰਦਾ ਬੁਲਾਰਾ ਪਾਰਟੀਆਂ ਬਦਲਦਾ ਰਹਿੰਦਾ ਨਾ ਉਹਨੂੰ ਬੁਲਾਇਆ ਨਾ ਕਰੋ, ਪਤਾ ਹੀ ਲੱਗਦਾ ਉਹ ਕਿਹੜੀ ਪਾਰਟੀ ਵੱਲੋਂ ਬੈਠਾ ਹੈ। ਦੂਜੀ ਗੱਲ ਆ ਇਹ ਉਹਨਾਂ ਵੱਲੋਂ ਬੈਠਾ। ਪਹਿਲਾਂ ਤਾਂ ਇਹਨਾਂ ਨੇ ਬਿੱਲਾਂ ਵਾਲੇ ਪਾਸੇ ਸੀ, ਹੁਣ ਜਿਨ੍ਹਾਂ ਨੇ ਪ੍ਰਾਪਤੀਆਂ ਗਲਾਈਆਂ, ਬੁੱਢੇ ਬਾਦਲ ਤੋਂ ਬਿਮਾਰ ਪਏ ਬਾਦਲ ਤੋਂ ਪ੍ਰੈਸ ਕਾਨਫਰੰਸਾਂ ਕਰਾਈਆਂ, ਉਹਨਾਂ ਦੇ ਨਾਲ ਆਪੇ ਰੋਗ ਲਾਉਣੇ ਆਪੇ ਦੇਣੀਆਂ ਦਵਾਵਾਂ, ਹੁਣ ਇਹ ਕਿਸਾਨਾਂ ਦੇ ਹਮਦਰਦ ਬਣੇ ਬੈਠੇ ਆ। ਘੱਟੋ ਘੱਟ ਉਹ ਲੋਕ ਤਾਂ ਕਿਸਾਨੀ ਦੀ ਗੱਲ ਨਾ ਕਰਨ ਜਿਨ੍ਹਾਂ ਨੇ ਇਹ ਬਿੱਲ ਗਾਲਾਂ ਚ ਪਾਏ ਆ ਕਿਸਾਨਾਂ ਦੇ, ਫਾਂਸੀ ਦੇ ਫੰਦੇ ਬਣਾ ਕੇ। ਇਹਨਾਂ ਨੇ ਸਾਲ ਦੇ ਵਿੱਚ 700 ਤੋਂ 800 ਸ਼ਹਾਦਤਾਂ ਦੇ ਜ਼ਿੰਮੇਵਾਰ। ਚਲੋ ਮੇਰੇ ਕੋ ਸਮਾਂ ਖਤਮ ਹੋ ਰਿਹਾ ਹੈ। ਅਕਾਲੀ ਤੋਂ ਵੱਧ ਮੈਂ ਗਰੇਵਾਲ ਸਾਹਿਬ ਤੋਂ ਇੱਕ ਕਮੈਂਟ ਲੈਣਾ, ਮੇਰੇ ਕੋ ਸਮਾਂ ਖਤਮ ਹੋ ਰਿਹਾ। ਗਰੇਵਾਲ ਸਾਹਿਬ ਠੀਕ ਹੈ ਪਲੀਜ਼ ਹੋਲਡ ਰੱਖਿਓ। ਗਰੇਵਾਲ ਸਾਹਿਬ ਗੌਰਵ ਜੀ ਮੇਰਾ ਇੱਕ ਸਵਾਲ ਆ ਜੰਗਵੀਰ ਜੀ ਨੂੰ, ਉਹ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਔਰ ਦੇਸ਼ ਦੇ ਕਿਸਾਨਾਂ ਨੂੰ ਕਲੀਅਰ ਕਰਨ ਕਿ ਇੱਕ ਤਾਂ ਕੀ ਇਹ ਜਿਹੜੇ ਪੰਜਾਬ ਸਰਕਾਰ ਨੇ ਇਹ ਅਨਾਉਂਸ ਕੀਤਾ ਸੀ ਕਿ ਅਸੀਂ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ ਕਰਾਂਗੇ, ਉਹ ਹੋਏ ਨਹੀਂ ਹੈ, ਉਹਦੇ ਲਈ ਅੰਦੋਲਨ ਕਰਨਗੇ, ਉਹਨਾਂ ਨੂੰ ਵੀ ਕੁਝ ਕਹਿਣਗੇ। ਦੂਜਾ ਜਿਹੜੇ ਸਾਡੇ ਉਗਰਾਹਾਂ ਸਾਹਿਬ ਆ ਉਹ ਚੀਫ ਮਿਨਿਸਟਰ ਪੰਜਾਬ ਦੀ ਬਗਲ 'ਚ ਬੈਠ ਕੇ ਕਹਿ ਰਹੇ ਆ ਕਿ ਹੁਣ ਅਸੀਂ ਕਾਂਗਰਸ ਦਾ ਕੋਈ ਘਰਾਓ ਨਹੀਂ ਕਰਨਾ ਕਾਂਗਰਸੀਆਂ ਦਾ, ਬਾਕੀ ਠੀਕ ਆ, ਬਾਕੀਆਂ ਨਾਲ ਇਦਾਂ ਹੀ ਚੱਲਾਂਗੇ। ਇਹਦੇ ਬਾਰੇ ਥੋੜੀ ਜਿਹੀ ਕਲੈਰਿਟੀ ਕਰ ਦੇਣ ਤਾਂ ਕਿ ਸਾਨੂੰ ਵੀ ਪਤਾ ਲੱਗ ਜਾਏ। ਠੀਕ ਹੈ ਆਪਾਂ ਜਵਾਬ ਲੈ ਲੈਂਦੇ ਹਾਂ ਜੰਗਵੀਰ ਜੀ। ਜੰਗਵੀਰ ਜੀ ਇਸ ਸਵਾਲਾਂ ਦਾ ਜਵਾਬ ਵੀ ਦੇ ਦਿਓ, ਇੱਕ ਸਵਾਲਾਂ ਦਾ ਜਵਾਬ ਵੀ ਦੇ ਦਿਓ। ਤੇ ਇੱਕ ਸਵਾਲ ਇਹ ਵੀ ਹੈ ਕਿ ਹੁਣ SKM ਦੇ ਅੰਦਰ ਸਿਰਫ ਜਿਹੜੀਆਂ ਬਾਹਰ ਦੀਆਂ ਜਥੇਬੰਦੀਆਂ ਨੇ ਉਹੀ ਅੰਦੋਲਨ ਨੂੰ ਜਾਰੀ ਰੱਖਣ ਦੇ ਲਈ ਵਜਿੱਦ ਨੇ, ਕਿਉਂਕਿ ਪੰਜਾਬ ਵਾਲੀਆਂ ਜਥੇਬੰਦੀਆਂ ਤੋਂ ਲੱਗ ਰਿਹਾ। ਦਰਸ਼ਨਪਾਲ ਜੀ ਦਾ ਬਿਆਨ ਸੁਣਿਆ, ਉਹ ਕਹਿ ਰਹੇ ਨੇ ਕਿ ਪੰਜਾਬ ਵਾਲੇ ਪਾਸੇ ਤਾਂ 100% ਜਿੱਤ ਹੋ ਚੁੱਕੀ ਹੈ। ਨਹੀਂ ਜੀ ਨਹੀਂ, ਜਿਸ ਤਰ੍ਹਾਂ ਗਰੇਵਾਲ ਸਾਹਿਬ ਨੇ ਗੱਲ ਕੀਤੀ ਹੈ ਕਰਜ਼ਾ ਮਾਫੀ ਦੀ, ਗਰੇਵਾਲ ਸਾਹਿਬ ਸਾਡਾ ਅਗਲਾ ਮਿਸ਼ਨ ਪੰਜਾਬ ਹੀ ਹੈ ਤੇ ਕਰਜ਼ਾ ਮਾਫੀ ਅਸੀਂ ਕਰਾਉਣੀ ਆ। ਜਿਹੜੇ ਝੂਠੇ ਵਾਅਦੇ ਕੋਈ ਵੀ ਰਾਜਨੀਤਿਕ ਪਾਰਟੀ ਇਹਨਾਂ ਝੂਠੇ ਵਾਅਦੇ ਸਾਡੇ ਲੋਕਾਂ ਨਾਲ ਕਰਕੇ ਸੱਤਾ ਚਾਹੁੰਦੀ ਆ, ਉਹ ਐਤਕੀ ਪਤਾ ਲੱਗਣਾ ਕਿ ਵਾਅਦੇ ਪੂਰੇ ਕਿਸ ਤਰ੍ਹਾਂ ਹੁੰਦੇ ਆ। ਅਸੀਂ ਬਿਲਕੁਲ
ਪੰਜਾਬ ਦੀ ਸਰਕਾਰ ਦੇ ਵੀ ਖਿਲਾਫ ਖੜੇ ਆ, ਕਿਤੇ ਬੀਜੇਪੀ ਸਰਕਾਰ ਦੇ ਖਿਲਾਫ ਨਹੀਂ ਖੜੇ ਹੈਗੇ। ਔਰ ਦੂਸਰੀ ਗੱਲ ਜਿਹੜੀ ਐਸਕੇਐਮ ਦੀ ਗੱਲ ਕਰਦੇ ਆ ਕਿ ਪੰਜਾਬ ਦੀਆਂ ਮੰਗਾਂ ਮੰਨ ਹੋ ਗਈਆਂ, ਇਹ ਅੱਜ ਪੂਰੇ ਦੇਸ਼ ਦਾ ਮੋਰਚਾ ਆ, ਆਲ ਵਰਲਡ ਇਹਨੂੰ ਦੇਖ ਰਿਹਾ ਆ, ਪੂਰਾ ਭਾਰਤ ਸਾਡੇ ਨਾਲ ਜੁੜਿਆ ਹੋਇਆ। ਅਸੀਂ ਬਿਲਕੁਲ ਉਹਨਾਂ ਦੇ ਨਾਲ ਖੜੇ ਆ, ਇੱਕ ਮੁੱਠ ਆ ਅਸੀਂ ਸਾਰੇ। ਜਿੰਨਾ ਚਿਰ ਸਾਡਾ ਇੱਕ ਮੁੱਠ ਹੋ ਕੇ ਕੋਈ ਫੈਸਲਾ ਨਹੀਂ ਹੋ ਜਾਂਦਾ, ਕੋਈ ਐਮਐਸਪੀ ਤੇ ਕੋਈ ਸਰਕਾਰ ਪੱਖੀਓਂ ਕੋਈ ਜਵਾਬ ਆਉਂਦਾ ਆ, ਜਿਸ ਤਰ੍ਹਾਂ ਗਰੇਵਾਲ ਸਾਹਿਬ ਕਹਿ ਰਹੇ ਆ ਕਿ 5 ਮੈਂਬਰੀ ਕਮੇਟੀ ਬਣਾ ਲੈਣ, ਕੋਈ ਆਪਣੇ ਇਸ ਤਰ੍ਹਾਂ ਦੀ ਤਰਕੀਬਾਂ ਦੇ ਰਹੇ ਆ, ਇਹ ਸਿਰਫ ਜਵਾਨੀ ਦੇ ਰਹੇ ਆ, ਲਿਖਤੀ ਤਾਂ ਸਾਡੇ ਕੋਲ ਕੁਝ ਵੀ ਨਹੀਂ ਆਇਆ। ਇਹ ਕਿਸੇ ਤਰ੍ਹਾਂ ਦਾ ਕੋਈ ਸੰਦੇਸ਼ਾ ਭੇਜਣ, ਉੱਤੇ ਬੈਠ ਕੇ ਵਿਚਾਰ ਕਰਾਂਗੇ। ਔਰ ਕੱਲ ਸਾਡੀ ਐਸਕੇਐਮ ਦੀ ਮੀਟਿੰਗ ਆ, ਔਰ ਉਹਦੇ ਵਿੱਚ ਬੈਠ ਕੇ ਜੋ ਸਰਕਾਰ ਪੱਖੀਓਂ ਕੋਈ ਪ੍ਰਸਤਾਵ ਆਊਗਾ ਉੱਤੇ ਅਸੀਂ ਵਿਚਾਰ ਕਰ ਲਾਂਗੇ। ਫਿਰ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਜਿਹੜਾ ਪਾਰਲੀਮੈਂਟ ਸੈਸ਼ਨ ਚੱਲਦਾ ਆ, ਉਹਦੇ ਵਿੱਚ ਬਿੱਲ ਰੱਦ ਕਰ ਦੇਣ, ਐਮਐਸਪੀ ਤੇ ਕਾਨੂੰਨ ਬਣਾ ਦੇਣ, ਸਾਡੀਆਂ ਮੰਗਾਂ ਮੰਨ ਲੈਣ, ਤਾਂ ਜੋ ਅਸੀਂ ਪੰਜਾਬ ਜਾ ਕੇ ਕਰਜ਼ਾ ਮੁਆਫੀ ਦੀ ਜਿਹੜਾ ਮੰਗ ਵੀ ਉਹ ਵੀ ਪੂਰਾ ਕਰਵਾ ਸਕੀਏ। ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਇੱਕ ਚੀਜ਼ ਹੈ ਕਿ ਜੋ ਬੀਜੇਪੀ ਦੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਤੇ ਕਿਸਾਨ ਆਗੂਆਂ ਦੇ ਵੱਲੋਂ ਇਹ ਸਾਫ਼ ਕੀਤਾ ਜਾ ਰਿਹਾ ਕਿ ਐਮਐਸਪੀ ਦੇ ਉੱਤੇ ਕੇਂਦਰ ਦੀ ਸਰਕਾਰ ਗੱਲ ਕਰੇ ਤੇ ਐਮਐਸਪੀ ਦੇ ਉੱਤੇ ਹੀ ਜਿਹੜੀ ਅੱਗੇ ਗੱਲਬਾਤ ਨੂੰ ਤੋਰਿਆ ਜਾਵੇ। ਪਰ ਸਵਾਲ ਉੱਥੇ ਦਾ ਉੱਥੇ ਹੀ ਖੜਾ ਹੈ ਕਿ ਅੰਦੋਲਨ ਦੀ ਸਮਾਪਤੀ ਵਾਲੇ ਪਾਸੇ ਨੂੰ ਸਭ ਕੁਝ ਵੱਧ ਰਿਹਾ ਹੈ ਕਿ ਨਹੀਂ ਵੱਧ ਰਿਹਾ। ਖੈਰ ਸਭ ਦੀ ਨਜ਼ਰਾਂ ਹੁਣ 27 ਤਰੀਕ ਨੂੰ ਯਾਨੀ ਕਿ ਕੱਲ ਹੋਣ ਵਾਲੀ ਐਸਕੇਐਮ ਦੀ ਮੀਟਿੰਗ ਦੇ ਉੱਤੇ ਵੀ ਲੱਗੀਆਂ ਹੋਈਆਂ ਨੇ, ਕਿਉਂਕਿ ਡਾਕਟਰ ਦਰਸ਼ਨਪਾਲ ਇਹ ਵੀ ਜ਼ਿਕਰ ਕਰ ਗਏ ਕਿ 29 ਤਰੀਕ ਵਾਲੇ ਜਿਹੜੇ ਪੂਰੇ ਪਲਾਨ ਹੈ ਜਾਂ ਐਲਾਨ ਹੈ ਉਸ ਦੇ ਉੱਤੇ ਵੀ ਸਾਨੂੰ ਮੁੜ ਵਿਚਾਰ ਜ਼ਰੂਰ ਕਰਨਾ ਚਾਹੀਦਾ। ਤਾਂ ਨਜ਼ਰਾਂ 27 ਤਰੀਕ ਦੀ ਮੀਟਿੰਗ ਦੀਆਂ ਉੱਤੇ ਨੇ। ਨਿਊਜ਼ 18 ਪੰਜਾਬ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਸਭ ਤੋਂ ਪਹਿਲਾਂ ਅਪਡੇਟ ਕਰੇਗਾ ਪ੍ਰਾਈਮ ਟਾਈਮ ਦੇ ਵਿੱਚ। ਅੱਜ ਦੇ ਲਈ ਇੰਨਾ ਹੀ।